हमें दृष्ट शुभ करੈ, हरै अग पाप सकल मल। काम क्रोध अर लोभ मोह वश करै सबै बल। सदा सुख मन वसै दुख संसारै खूबै। गुरु नव निध दरियाऊ, जन्म हम कालख धोवै। सो कहो टल गुर सेविया, अहनिस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। वाहिगुरु जी का खालसा, वाहिगुरु जी की फतेह। सच्चे पातशाह धन साहिब श्री गुरु ग्रंथ साहिब जी महाराज जी की अपार बख्शिश रहमत सदका गुरबाणी संथਿਆ ਦੀ जो ये क्लास आपने आरंभ की है, ਉਹਦੀ ਆਰੰਭਤਾ ਵਿੱਚ ਅੱਜ ਕਥਾ ਦਾ ਮਹੱਤਵ ਜੋ ਹੈ, ਗੁਰਬਾਣੀ ਦੇ ਅਰਥ ਪੜ੍ਹਨ ਦੀ ਜੋ ਮਹਿਮਾ ਹੈ, ਉਹਦਾ ਆਪਾਂ ਜ਼ਿਕਰ ਕਰਾਂਗੇ। ਅਤੇ ਜਿਹੜੀ ਸੰਥਿਆ ਕਲਾਸ ਦੀ ਗੁਰਬਾਣੀ ਦੇ ਅਰਥਾਂ ਦੀ ਆਰੰਭਤਾ ਹੈ, ਉਹਦੇ ਵਾਸਤੇ ਮੈਂ ਅਖੀਰ ਵਿੱਚ ਬੇਨਤੀ ਕਰਾਂਗਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਗੁਰਬਾਣੀ ਦੇ ਅਰਥ ਸਤਿਗੁਰੂ ਜੀ ਨੇ ਕੀਤੇ ਹੈ, ਤੇ ਗੁਰਬਾਣੀ ਦੇ ਅਰਥ ਕਰਨ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪ੍ਰਪਾਟੀ ਮਰਿਆਦਾ ਚਲਾਈ ਹੈ। ਇਸ ਤੋਂ ਪਹਿਲਾਂ ਗੁਰਬਾਣੀ ਦੇ ਅਰਥ ਸਿਆਣੇ ਗੁਰਸਿੱਖ ਸੂਝਵਾਨ ਦਾਨੇ ਗੁਰਮੁਖ ਇੱਕ ਦੂਸਰੇ ਨੂੰ ਇਸ ਤਰ੍ਹਾਂ ਸਮਝਾ ਦਿੰਦੇ ਸੀ। ਕੋਈ ਜਿਹੜੇ ਬਹੁਤ ਗੁੱਝੇ ਭੇਦ ਸੀ, ਉਹਨਾਂ ਨੂੰ ਕਮਾਈ ਵਾਲੀਆਂ ਰੂਹਾਂ ਜਦੋਂ ਕੋਈ ਜੋੜ ਮੇਲੇ ਹੁੰਦੇ ਸੀ ਸਤਿਗੁਰਾਂ ਜੀ ਦੇ ਹਜ਼ੂਰ ਅਸਥਾਨਾਂ ਤੇ, ਉਹ ਜਿੱਦਾਂ ਗੁਰਸਿੱਖਾਂ ਦੀ ਸੰਗਤ ਵਿੱਚੋਂ ਹੀ ਗੁੱਝੇ ਭੇਦ ਖੁੱਲ ਜਾਂਦੇ ਸੀਗੇ। ਸਿਮਰਨ ਅਭਿਆਸ ਬਾਰੇ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਜਿਹੜੀ ਕੋਈ ਨਹੀਂ ਸੀ ਸਮਝ ਪੈਂਦੀ, ਤੇ ਗੁਰੂ ਸਾਹਿਬ ਜੀ ਆਪ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਦ੍ਰਿੜਾਉਂਦੇ। ਗੁਰੂ ਸਾਹਿਬ ਦੇ ਕੋਲੋਂ ਵੀ ਸਿੱਖ ਪ੍ਰਸ਼ਨ ਕਰਦੇ ਤੇ ਗੁਰੂ ਸਾਹਿਬ ਜੀ ਸਿੱਖਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ, ਜਿਹਦੇ ਕੇ ਹਵਾਲੇ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਆ ਕਿ ਗੁਰਸਿੱਖਾਂ ਦੇ ਪੁੱਛੇ ਹੋਏ ਪ੍ਰਸ਼ਨਾਂ ਦੇ ਸਤਿਗੁਰੂ ਜੀ ਉੱਤਰ ਦਿੰਦੇ ਰਹੇ ਆ। ਜਿਵੇਂ ਸਤਿਗੁਰੂ ਉਦਾਹਰਨ ਵਜੋਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਹੁਤ ਉਦਾਹਰਨਾਂ ਨੇ, ਪਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਤੀਰਥਾਂ ਤੇ ਚਰਨ ਪਾਏ ਸੀ, ਉਦੋਂ ਮਹਾਰਾਜ ਆਪ ਜੀ ਨਾਲ ਸੀ, ਉਦੋਂ ਮਹਾਰਾਜ ਕੀ ਕੀ ਉੱਥੇ ਵਾਪਰਿਆ ਸੀ? ਤੇ ਉਹ ਗੁਰੂ ਸਾਹਿਬ ਨੇ ਸਾਰਾ ਸ਼ਬਦ ਹੀ ਉਚਾਰਿਆ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗਏ ਆ ਕੁਰੂਕਸ਼ੇਤਰ, ਤੇ ਉਦੋਂ ਕੀ ਕੀ ਹੋਇਆ। ਪ੍ਰਥਮ ਕਏ ਕੁਲ ਖੇਤ ਗੁਰ ਸਤਿਗੁਰ ਦਰਸ ਭਇਆ। ਹਾਂਜੀ, ਇਹ ਮਹਾਰਾਜ ਕੁਲ ਖੇਤ ਭਾਵ ਕੁਰੂਕਸ਼ੇਤਰ। ਤੇ ਫਿਰ ਇਹ ਸਤਿਗੁਰੂ ਜੀ ਨੇ ਦੱਸਿਆ ਵੀ ਤ੍ਰਿਤੀਆ ਆਏ ਸੁਰਸਰੀ, ਤੇ ਉੱਥੇ ਮਹਾਰਾਜ ਤੀਜੇ ਥਾਂ ਫਿਰ ਸੁਰਸਰੀ ਗੰਗਾ ਤੇ ਆਏ ਸੀ। ਮਹਾਰਾਜ ਗੁਰੂ ਸਾਹਿਬ ਜੀ ਦੇ ਉੱਥੇ ਅਸਥਾਨ ਬਣੇ ਹੋਏ ਗਏ ਬਕਾਇਦਾ। ਤੋਂ ਭਾਵ ਕਹਿਣ ਤੋਂ ਵੀ ਇਤਿਹਾਸ ਦੇ ਵੀ ਬਹੁਤ ਸਾਰੇ ਜਿਹੜੇ ਆ ਉਹ ਪਹਿਲੂ ਮਹਾਰਾਜ ਸਾਹਿਬ ਨੇ ਬਾਣੀ ਦੇ ਵਿੱਚ ਸਤਿਗੁਰਾਂ ਜੀ ਨੇ ਰੱਖੇ ਆ। ਤੇ ਜਿਹੜੀ ਇਹ ਨਿਯਮਬੰਦ ਤਰੀਕੇ ਨਾਲ ਜਿਹੜੀ ਗੁਰਬਾਣੀ ਦੀ ਕਥਾ ਹੈ, ਇਹਦੇ ਨਿਯਮ ਬੰਨਣੇ ਤੇ ਗੁਰਬਾਣੀ ਦੀ ਕਥਾ ਹੋਣੀ ਕਿਵੇਂ ਚਾਹੀਦੀ ਹੈ, ਉਹ ਜਿਹੜੀ ਪ੍ਰਣਾਲੀ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਚਲਾਈ ਹੈ, ਗਰੀਬ ਨਵਾਜ ਨੇ। ਕਿਉਂਕਿ ਗੁਰਬਾਣੀ ਦੀ ਕਥਾ ਦੇ ਹੀ ਜੇ ਸੰਬੰਧ ਵਿੱਚ ਮੈਂ ਕਹਾਂ ਤੇ ਜਿਹੜਾ ਸਤਿਗੁਰੂ ਜੀ ਦੀ ਬਾਣੀ ਦਾ ਸੰਦੇਸ਼ ਹੈ, ਸ਼ਬਦ ਦਾ ਮੂਲ ਅਰਥ ਹੈ, ਉਹਨੂੰ ਹੀ ਆਪਾਂ ਛੱਡ ਕੇ ਤੇ ਜੇ ਹੋਰ ਵਿਸਥਾਰ ਕਿੰਨਾ ਕਰੀ ਜਾਈਏ, ਇਹ ਸੰਪਰਦਾਇ ਕਥਾ ਦਾ ਜਿਹੜਾ ਹੈ ਉਹ ਨਿਯਮ ਨਹੀਂ ਹੈ। ਅੱਜ ਕੱਲ ਜੇ ਕੋਈ ਆਪਾਂ ਥੋੜਾ ਜਿਹਾ ਸੰਕੋਚ ਦੇ ਦੱਸੀਦਾ ਨਹੀਂ, ਜੇ ਦਸੀਏ ਤਾਂ ਉਹ ਫਿਰ ਜਿਹੜਾ ਅਣਅਧਿਕਾਰੀ ਹੁੰਦਾ ਉਹ ਸੋਚਦਾ ਵੀ ਇਹਨਾਂ ਨੂੰ ਕਥਾ ਕਰਨੀ ਆਉਂਦੀ, ਦੂਜਿਆਂ ਨੂੰ ਆਉਂਦੀ ਨਹੀਂ।
ਤੋ ਇਸ ਤਰ੍ਹਾਂ ਨਾ ਕੋਈ ਸੋਚ ਲਏ, ਇਸ ਕਰਕੇ ਜਿਹੜਾ ਦੱਸਣਾ ਜਿਹੜਾ ਨਾ ਉਹ ਬੜਾ ਕਠਿਨ ਹੁੰਦਾ ਹੈ। ਤੇ ਪਰ ਜਿਹੜੇ ਕਥਾ ਦੇ ਨਿਯਮ ਹੈ ਉਹ ਕਿਸ ਤਰ੍ਹਾਂ ਕਥਾ ਜਿਹੜੀ ਪ੍ਰਣਾਲੀ ਸਤਿਗੁਰਾਂ ਜੀ ਨੇ ਚਲਾਈ ਹੈ, ਉਹ ਨਿਯਮ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਨੇ ਦੱਸੇ ਆ। ਫਿਰ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਨੇ ਜਿਹੜਾ ਹੈ ਕਥਾ ਦੇ ਨਿਯਮ ਦੱਸੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਸ ਤਰ੍ਹਾਂ ਅਰਥਾਂ ਦੀ ਜਿਹੜੀ ਸੀ ਉਹ ਪ੍ਰਣਾਲੀ ਮਹਾਰਾਜ ਸਾਹਿਬ ਜੀ ਨੇ ਚਲਾਈ, ਤੇ ਅਰਥਾਂ ਦੇ ਕਰਨ ਦੀ ਵਿਧੀ ਜਿਹੜੀ ਆ ਉਹ ਸਤਿਗੁਰਾਂ ਜੀ ਨੇ ਕੀ ਦੱਸੀ। ਕਿਉਂਕਿ ਜੇ ਆਪਾਂ ਵਿਸਥਾਰ ਕਰਦੇ ਹਾਂ ਤੇ ਜਿਹੜਾ ਹੈ ਗੁਰਬਾਣੀ ਤਾਂ ਇਹ ਸਤਿਗੁਰੂ ਜੀ ਦੀ ਬੇਅੰਤ ਹੈ। ਇੱਕ ਓੰਕਾਰ ਦਾ ਵਿਸਥਾਰ ਹੀ ਜਿਹੜਾ ਭਾਵੇਂ ਸਾਰੀ ਉਮਰ ਲੱਗੇ ਰਹੀਏ ਉਹ ਹੀ ਮੁੱਕ ਨਹੀਂ ਸਕਦਾ। ਤੇ ਉਹਦੇ ਵਿੱਚ ਵੀ ਜਿਹੜਾ ਹੈ ਇਸ ਤਰ੍ਹਾਂ ਦਾ ਵਿਸਥਾਰ ਹੈ, ਜਿਵੇਂ ਬਟਕ ਬੀਜ ਮੈਂ ਰਬ ਰਹੇ ਹੋ ਜਾਂ ਕੋ ਤੀਨ ਲੋਕ ਵਿਸਥਾਰ, ਜਿਸ ਵਾਹਿਗੁਰੂ ਜੀ ਨੇ ਤਿੰਨਾਂ ਲੋਕਾਂ ਦਾ ਵਿਸਥਾਰ ਕੀਤਾ ਹੈ। ਤੇ ਜਿਵੇਂ ਬਟਕ ਕਹਿੰਦੇ ਬੋੜ ਨੂੰ, ਬੋੜ ਦੇ ਬੀਜ ਵਿੱਚ ਜਿਵੇਂ ਜਿਹੜਾ ਹੈ ਉਹ ਬੋੜ ਛੁਪਿਆ ਹੋਇਆ ਹੈ। ਜਿਹੜਾ ਬੋੜ ਦਾ ਦਰਖਤ ਵਾ ਨਾ ਉਹ ਬੋੜ ਦੇ ਬੀਜ ਵਿੱਚ ਹੀ ਛੁਪਿਆ ਹੁੰਦਾ, ਤੇ ਬੋੜ ਦੇ ਦਰਖਤ ਦਾ ਕਿੱਡਾ ਵੱਡਾ ਵਿਸਥਾਰ ਹੁੰਦਾ, ਕਿੱਡਾ ਵੱਡਾ ਉਹਦਾ ਤਣਾ, ਕਿੰਨੀਆਂ ਲੰਮੀਆਂ ਜੜ੍ਹਾਂ, ਕਿੰਨੇ ਉਹਨੂੰ ਗੋਲਾਂ ਰੂਪੀ ਫਲ ਲੱਗਦੇ ਆ, ਕਿੰਨੇ ਪੱਤੇ, ਕਿੱਡਾ ਵੱਡਾ ਹੁੰਦਾ। ਪਰ ਜਿਹੜਾ ਬੋੜ ਦਾ ਬੀਜ ਹੁੰਦਾ ਹੈ ਉਹ ਖਸਖਸ ਨਾਲੋਂ ਵੀ ਬਰੀਕ ਹੁੰਦਾ। ਤੇ ਜੇ ਹੱਥ ਦੀ ਹਥੇਲੀ ਤੇ ਰੱਖ ਕੇ ਤੇ ਕਿਸੇ ਨੂੰ ਜਿਹਨੂੰ ਨਹੀਂ ਪਤਾ ਅਣਜਾਣ ਨੂੰ ਉਹਨੂੰ ਦਿਖਾਈਏ ਕਿ ਵੇਖ ਇਹਦੇ ਵਿੱਚ ਕਿੱਡਾ ਵੱਡਾ ਤਣਾ, ਕਿੱਡੀਆਂ ਲੰਮੀਆਂ ਜੜ੍ਹਾਂ ਨੇ ਤੇ ਕਿੰਨੇ ਪੱਤੇ ਆ, ਤੇ ਉਹ ਅੱਗੋਂ ਫਿਰ ਮਖੌਲ ਕਰਦਾ ਵੀ ਇਹ ਪਾਗਲ ਲੱਗਦਾ ਵੀ ਇਹਦੇ ਵਿੱਚ ਤਾਂ ਇਹੋ ਜਿਹੀਆਂ ਕੋਈ ਚੀਜ਼ਾਂ ਨਹੀਂ ਹੈਗੀਆਂ ਜਿੰਨੀਆਂ ਇਹ ਦੱਸੀ ਜਾਂਦਾ, ਇਹੋ ਜਿਹੀ ਤੇ ਇਹਦੇ ਵਿੱਚ ਕੋਈ ਚੀਜ਼ ਹੈ ਹੀ ਨਹੀਂ, ਤੇ ਉਹਨੂੰ ਅਣਹੋਈ ਲੱਗਦੀ ਆ। ਇਸ ਤਰ੍ਹਾਂ ਜਿਹੜੀ ਅਧਿਆਤਮਕ ਸ਼ਕਤੀ, ਜਿਹੜੀ ਨਾਮ ਦੀ ਸ਼ਕਤੀ, ਇਹ ਜਿੰਨੇ ਇਸ ਸਵਾਦ ਨੂੰ ਮਾਣਿਆ ਨਹੀਂ, ਜਿੰਨੇ ਇਸ ਰਸ ਨੂੰ ਚੱਖਿਆ ਨਹੀਂ, ਉਹਨੂੰ ਲੱਗਦਾ ਇਹ ਕਰਾਮਾਤਾਂ ਨੇ, ਇਹ ਐਵੇਂ ਦਿਖਾਵਾ ਹੈ, ਇਹ ਐਵੇਂ ਲੋਕਾਂ ਨੂੰ ਭਰਮਾਉਣ ਵਾਸਤੇ ਆ, ਏਦਾਂ ਹੋ ਨਹੀਂ ਸਕਦਾ, ਕਿਉਂਕਿ ਉਹ ਇਸ ਮਾਰਗ ਦਾ ਪਾਂਧੀ ਨਹੀਂ ਅਧਿਆਤਮਕ ਰਸਤੇ ਦਾ। ਜਿਵੇਂ ਬੋੜ ਦਾ ਰੁੱਖ ਨਹੀਂ ਜਿਹਨੇ ਵੇਖਿਆ ਤੇ ਬੀਜ ਵੇਖ ਕੇ ਉਹ ਕਹਿੰਦਾ ਕਿ ਨਹੀਂ ਹੋ ਨਹੀਂ ਸਕਦਾ, ਇਹਦੇ ਵਿੱਚ ਗੋਲਾਂ ਨਹੀਂ ਹੋ ਸਕਦੀਆਂ, ਇਹਦੇ ਵਿੱਚ ਬੋੜ ਏਡਾ ਵੱਡਾ ਰੁੱਖ ਕਿਵੇਂ ਹੋ ਸਕਦਾ, ਇਹ ਬਹੁਤ ਬਰੀਕ ਜਿਹਾ ਛੋਟਾ ਜਿਹਾ ਬੀਜ ਆ। ਇਸੇ ਤਰ੍ਹਾਂ ਇਹ ਪ੍ਰਮਾਣ ਸਮਝਣਾ ਕਿ ਜੋ ਇੱਕ ਓੰਕਾਰ ਹੈ ਨਾ, ਇਸ ਦੇ ਅੰਦਰ ਹੀ ਸਾਰਾ ਵਿਸਥਾਰ ਹੈ, ਤੇ ਉਹਦੇ ਬੜੇ ਸਾਰੇ ਪ੍ਰਮਾਣ ਨੇ। ਪਰ ਅੱਜ ਸਿਰਫ ਆਪਾਂ ਕੇਵਲ ਕਥਾ ਦੀ ਮਹਿਮਾ ਸਰਵਣ ਕਰਾਂਗੇ ਕਿ ਜਿਹੜੀ ਕਥਾ ਉਹ ਗੁਰਬਾਣੀ ਦੇ ਅਰਥ ਜਿਹੜੇ ਉਹ ਸਾਡੀ ਜ਼ਿੰਦਗੀ ਵਿੱਚ ਕਿੰਨੇ ਜ਼ਰੂਰੀ ਹੈ ਹਰੇਕ ਗੁਰਸਿੱਖ ਨੂੰ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਤੇ ਉਸ ਪਵਿੱਤਰ ਬਾਣੀ ਦਾ ਜਿੱਥੇ ਆਪਾਂ ਇਹਨਾਂ ਸਤਿਗੁਰਾਂ ਜੀ ਨੇ ਸਾਨੂੰ ਦੱਸਿਆ ਵੀ ਇਵੇਂ ਅਦਬ ਕਰਨਾ, ਇਵੇਂ ਸਤਿਕਾਰ ਕਰਨਾ, ਗੁਰੂ ਸਾਹਿਬ ਜੀ ਦਾ ਮੱਥਾ ਟੇਕਣਾ, ਰੁਮਾਲੇ ਸਾਹਿਬ ਭੇਟ ਕਰਨੇ, ਚੌਰ ਸਾਹਿਬ ਕਰਨੀ, ਇਹ ਸਾਰਾ ਵਿਧੀ ਵਿਧਾਨ ਹੈ। ਜਿਵੇਂ ਗੁਰਬਾਣੀ ਵਿੱਚ ਆਉਂਦਾ ਗੁਰ ਪੂਜਾ ਵਿਧ ਸਹਿਤ ਕਰਨ, ਵਿਧੀ ਪੂਰਵਕ ਗੁਰੂ ਸਾਹਿਬ ਦੀ ਪੂਜਾ ਕਰਨੀ। ਪਰ ਕੀ ਗੁਰੂ ਸਾਹਿਬ ਜੀ ਨੂੰ ਫਿਰ ਆਪਾਂ ਰੁਮਾਲੇ ਸਾਹਿਬ ਸੁੰਦਰ ਭੇਟ ਕਰੀਏ ਤੇ ਗੁਰੂ ਸਾਹਿਬ ਦੀ ਬਾਣੀ ਪੜ੍ਹੀਏ ਹੀ ਨਾ, ਅਰਥਾਂ ਨੂੰ ਜਾਣਨ ਦਾ ਯਤਨ ਹੀ ਨਾ ਕਰੀਏ। ਗੁਰੂ ਸਾਹਿਬ ਸਾਨੂੰ ਸਤਿਗੁਰੂ ਜੀ ਉਪਦੇਸ਼ ਕੀ ਦਿੰਦੇ ਆ, ਮਹਾਰਾਜ ਸਾਨੂੰ ਸਿੱਖਿਆ ਕੀ ਦ੍ਰਿੜਾਉਂਦੇ ਆ, ਫਿਰ ਅਸੀਂ ਜਿਹੜਾ ਬ੍ਰਹਮ ਗਿਆਨ ਦਾ ਫਲ ਹੈ ਉਹਦੇ ਤੱਕ ਨਹੀਂ ਪਹੁੰਚ ਸਕਾਂਗੇ। ਜਿਹੜਾ ਸਤਿਗੁਰਾਂ ਜੀ ਦੀ, ਫਿਰ ਜੇ ਆਪਾਂ ਕਹਿੰਦੇ ਬਾਣੀ ਪੜ੍ਹੀਏ ਪਰ ਸਤਿਗੁਰੂ ਜੀ ਦੀ ਸੇਵਾ ਨਾ ਕਰੀਏ, ਫਿਰ ਸਾਨੂੰ ਬਾਣੀ ਨਾਲ ਪਿਆਰ ਨਹੀਂ ਹੁੰਦਾ। ਜਿਵੇਂ ਮੈਂ ਇੱਕ ਅਸਥਾਨ ਤੇ ਦਰਸ਼ਨ ਕਰਨ ਗਿਆ ਸੀ, ਤੇ ਉਹ ਉੱਥੇ ਮਹਾਰਾਜ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਮੈਨੂੰ ਕਹਿੰਦੇ ਤੁਹਾਡੇ ਕੋਲੋਂ ਪਵਾਉਣੇ ਆ, ਤਾਂ ਮੈਂ ਸਹਿਜ ਪਾਠ ਦਾ ਭੋਗ ਜਿਸ ਵਕਤ ਪਾਉਣ ਲੱਗਿਆ ਤੇ ਗੁਰੂ ਸਾਹਿਬ ਜੀ ਦੇ ਹਰੇਕ ਅੰਗਾਂ ਤੇ ਮੈਨੂੰ ਮਹਿਸੂਸ ਹੁੰਦਾ ਸੀ ਵੀ ਥੋੜੀ ਥੋੜੀ ਕਿਰਕ ਮਹਿਸੂਸ ਹੁੰਦੀ ਸੀ, ਜਿੱਦਾਂ ਮਿੱਟੀ ਮਹਿਸੂਸ ਹੁੰਦੀ ਸੀ। ਤੇ ਫਿਰ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਮੈਂ ਕਿਹਾ ਜੇ ਤਾਂ ਤੁਸੀਂ ਗੁਰੂ ਸਾਹਿਬ ਦੀ ਬਾਣੀ ਸਹਿਜ ਪਾਠ ਕਰਦੇ ਆ ਤੇ ਪਰ ਗੁਰੂ ਸਾਹਿਬ ਦੀ ਸੇਵਾ ਨਹੀਂ ਮੈਨੂੰ ਲੱਗਦਾ ਕਦੀ ਤੁਸੀਂ ਕੀਤੀ, ਤੇ ਸਹਿਜ ਪਾਠ ਹੋ ਸਕਦਾ ਸੈਂਚੀਆਂ ਤੋਂ ਕਰਦੇ ਹੋਣ ਜਾਂ ਕਿੱਦਾਂ,
ਤੇ ਫਿਰ ਉਹਨਾਂ ਨੇ ਆਪ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਮਹਾਰਾਜ ਦੇ ਅੰਗਾਂ ਤੇ ਜਿਹੜੀ ਸੀ ਨਾ ਉਹ ਮਿੱਟੀ ਸੀ, ਮੈਂ ਉਹਨਾਂ ਦਾ ਹੱਥ ਲਵਾਇਆ। ਕਈਆਂ ਥਾਵਾਂ ਤੇ ਹੁੰਦਾ, ਇੱਕ ਥਾਂ ਮੈਂ ਪਰਸੋਂ ਦੀ ਗੱਲ ਹੈ, ਕਿਸੇ ਗੁਰਮੁਖ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਬਾਬਾ ਜੀ ਸੁਖਮਨੀ ਸਾਹਿਬ ਦਾ ਪਾਠ ਤੁਹਾਡੇ ਕੋਲੋਂ ਕਰਾਉਣਾ। ਤੇ ਜਦੋਂ ਹੁਣ ਇਹ ਰਵਾਇਤਾਂ ਪੈ ਜਾਂਦੀਆਂ, ਸੁਖਮਨੀ ਸਾਹਿਬ ਦਾ ਪਾਠ ਗੁਰੂ ਸਾਹਿਬ ਦੇ ਸਰੂਪ ਦੇ ਉੱਪਰੋਂ ਕਰਦੇ ਆ। ਗੁਰੂ ਸਾਹਿਬ ਜੀ ਦੇ ਸਰੂਪ ਦੇ ਉੱਪਰੋਂ ਸਾਨੂੰ ਨਿਤਨੇਮ ਨਹੀਂ ਕਰਨਾ ਚਾਹੀਦਾ। ਇਹ ਸਾਰੀਆਂ ਪ੍ਰਣਾਲੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀਆਂ, ਜਿਹੜੀਆਂ ਸੀਨੇ ਬਸੀਨੇ ਚੀਜ਼ਾਂ ਚੱਲੀਆਂ ਆਉਂਦੀਆਂ, ਕਈ ਚੀਜ਼ਾਂ ਜਿਹੜੀਆਂ ਲਿਖਤ 'ਚ ਨਹੀਂ ਆਉਂਦੀਆਂ। ਤੇ ਉਹ ਕਹਿੰਦੇ ਸਾਡੇ ਕੋਲ ਤਾਂ ਗੁਟਕਾ ਸਾਹਿਬ ਇੱਥੇ ਹੈ ਨਹੀਂ ਕੋਈ ਵੀ, ਤੇ ਆਪਾਂ ਮਹਾਰਾਜ ਦੇ ਤੁਸੀਂ ਸਰੂਪ ਤੋਂ ਹੀ ਕਰ ਦਿਓ। ਮੈਂ ਕਿਹਾ ਚਲੋ ਫਿਰ ਮਹਾਰਾਜ ਦੇ ਸਰੂਪ ਤੋਂ ਕਰਨ ਲੱਗੇ। ਤੇ ਜਦੋਂ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ, 2 ਅੰਗ ਤੱਕ ਹੀ, ਤੇ ਫਿਰ ਮਹਾਰਾਜ ਦੇ ਸਰੂਪ 'ਚ ਮੱਛਰ ਮਰਿਆ ਪਿਆ, ਤੇ ਕਿਤੇ ਚੌਰ ਸਾਹਿਬ ਦੇ ਕੇਸ ਆ ਜਾਂਦੇ ਆ। ਤੋ ਇਹਦਾ ਅਰਥ ਇਹ ਆ ਵੀ ਮਹਾਰਾਜ ਸਾਹਿਬ ਜੀ ਦੀ ਜਿਹੜੀ ਹੈ ਨਾ ਸੇਵਾ, ਉਹ ਨਹੀਂ ਕੀਤੀ ਜਾਂਦੀ। ਸੇਵਾ ਗੁਰੂ ਸਾਹਿਬ ਦੀ ਕਰਨੀ, ਰਮਾਲੇ ਸਾਹਿਬ ਸੁੱਖ ਆਸਣ ਦੇ ਪੂਰੇ ਵਧੀਆ ਹੋਣ, ਉੱਚੇ ਨੀਵੇਂ ਨਾ ਹੋਣ, ਇਹ ਸੇਵਾ ਵੀ ਜਿਹੜੀ ਆ ਬ੍ਰਹਮ ਗਿਆਨ ਦੇ ਫਲ ਵਿੱਚ ਪੂਰੀ ਸਹਾਈ ਹੁੰਦੀ ਹੈ। ਪਰ ਜੇ ਇਕੱਲੀ ਸੇਵਾ ਕਰੀਏ ਤੇ ਗੁਰਬਾਣੀ ਦੇ ਅਰਥ ਨਾ ਵਿਚਾਰੀਏ, ਹਾਂ ਜਦੋਂ ਕਿ ਪੜ੍ਹਾਈ ਨਹੀਂ ਕੀਤੀ, ਕੋਈ ਅੱਖਰ ਪੜ੍ਹਨ ਦੇ ਆਪਾਂ ਜਿਹੜੇ ਆ ਉਹ ਅਧਿਕਾਰੀ ਨਹੀਂ ਬਣੇ, ਕਿਉਂਕਿ ਕਈ ਅਨਪੜ੍ਹ ਹੁੰਦੇ ਬਿਲਕੁਲ, ਪਰ ਸਤਿਗੁਰੂ ਜੀ ਦੀ ਬਾਣੀ ਨਾਮ ਉਹਨਾਂ ਨੂੰ ਮੁਕਤ ਕਰਦਾ। ਉਹਨਾਂ ਵਾਸਤੇ ਮਹਾਰਾਜ ਨੇ ਕਿਹਾ ਕਿ ਜਿਹੜਾ ਸਤਿਗੁਰੂ ਜੀ ਦਾ ਨਾਮ ਹੈ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਉਹ ਭਾਵੇਂ ਫਿਰ ਪੜ੍ਹਿਆ ਲਿਖਿਆ, ਭਾਵੇਂ ਅਨਪੜ੍ਹ ਹੈ, ਉਹ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਬ੍ਰਹਮ ਗਿਆਨ ਦੇ ਫਲ ਨੂੰ ਪਾ ਲੈਂਦਾ ਪ੍ਰੀਤ ਦੇ ਰਾਹ ਤੇ ਚੱਲ ਕੇ। ਪਰ ਪ੍ਰੀਤ ਜਿਹੜੀ ਹੈ ਗੁਰਬਾਣੀ ਦੇ ਅਰਥਾਂ ਨਾਲ ਬਹੁਤ ਜਲਦ ਪ੍ਰਾਪਤ ਹੋ ਜਾਂਦੀ। ਤੇ ਇਸ ਕਰਕੇ ਸਤਿਗੁਰੂ ਜੀ ਨੇ ਇਹ ਵੀ ਕਿਹਾ ਜੋ ਰਹਿਤਨਾਮਿਆਂ 'ਚ ਹੈ ਕਿ ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸਿੱਖੇ ਜਾਈ। ਵੀ ਕਿਸੇ ਅੰਮ੍ਰਿਤਧਾਰੀ ਜਿਹੜਾ ਰਹਿਤ ਮਰਜ਼ਾਦਾ 'ਚ ਪ੍ਰਪੱਕ ਹੈ, ਉਹਦੇ ਕੋਲੋਂ ਹੀ ਗੁਰਮੁਖੀ ਅੱਖਰ ਸਿੱਖਣੇ, ਕਿਸੇ ਉਹਦੇ ਕੋਲੋਂ ਨਾ ਸਿੱਖ ਲੈਣੇ। ਜਦੋਂ ਕਹਿੰਦੇ ਵੀ ਜਿਹੜੀ ਬੜੇ ਵਿਦਵਾਨ ਨੇ ਮਹਾਂਪੁਰਖ, ਤੇ ਉਹਨਾਂ ਆਪਦਾ ਅੰਮ੍ਰਿਤ ਨਹੀਂ ਛਕਿਆ। ਤੇ ਗੁਰੂ ਸਾਹਿਬ ਜੀ ਦੇ ਜਦੋਂ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ, ਰਹਿਤ ਮਰਜ਼ਾਦਾ 'ਚ ਪ੍ਰਪੱਕ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਕਿੱਡਾ ਵਿਦਵਾਨ ਹੋਵੇ, ਉਹਦੇ ਕੋਲੋਂ ਭਾਈ ਤੁਸੀਂ ਜਿਹੜਾ ਹੈ ਉਹ ਬ੍ਰਹਮ ਵਿਦਿਆ ਨਹੀਂ ਪੜ੍ਹਨੀ। ਹੁਣ ਇਹਦੇ ਤੇ ਕਈ ਕਿੰਤੂ ਕਰ ਸਕਦੇ ਆ, ਕਿਉਂਕਿ ਗੁਰੂ ਸਾਹਿਬ ਨੇ ਆਪਣੇ ਕੋਲੋਂ ਹੀ ਸਿੰਘਾਂ ਨੂੰ ਕਾਂਸ਼ੀ ਵਿੱਚ ਭੇਜਿਆ ਸੀ ਪੜ੍ਹਨ ਵਾਸਤੇ, ਜਿੱਥੋਂ ਨਿਰਮਲ ਸੰਪਰਦਾ ਚੱਲਦੀ ਹੈ। ਉਹ ਗੁਰੂ ਸਾਹਿਬ ਜੀ ਆਪ, ਮਹਾਰਾਜ ਸਾਹਿਬ ਜੀ ਨੇ ਜੋ ਆਪਣੇ ਸ੍ਰੀ ਮੁਖ ਤੋਂ ਕਿਹਾ ਤੇ ਗੁਰੂ ਸਾਹਿਬ ਦੇ ਹਜ਼ੂਰੀ ਕਵੀਆਂ ਨੇ ਲਿਖਿਆ, ਉਹ ਮਹਾਰਾਜ ਨੇ ਕਿਹਾ ਸਾਡੀ ਇਹ ਇੱਛਾ ਹੈ ਕਿ ਜਿੰਨਾ ਵੀ ਸੰਸਾਰ ਦਾ ਗਿਆਨ ਹੈ, ਜਿੰਨੇ ਵੀ ਗ੍ਰੰਥਾਂ ਦੀ ਵਿਦਵਤਾ ਹੈ, ਜਿੰਨੇ ਵੀ ਗ੍ਰੰਥਾਂ ਵਿੱਚ ਬੋਧ ਹੈ, ਉਹ ਸਾਰਾ ਹੀ ਆਪਣੇ ਪੰਥ ਵਿੱਚ ਲੈ ਆਈਏ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਸਿੰਘਾਂ ਨੂੰ ਕਾਂਸ਼ੀ ਵਿੱਚ ਭੇਜਿਆ, ਤੇ ਬੜੇ ਬੜੇ ਵਿਦਵਾਨਾਂ ਕੋਲੋਂ ਸਿੰਘ ਉਹ ਪੜ੍ਹੇ। ਤੇ ਫਿਰ ਮਹਾਰਾਜ ਨੇ ਆਗਿਆ ਕੀਤੀ ਕਿ ਭਾਈ ਹੁਣ ਸਾਡੇ ਜਿਹੜੇ ਪੰਥ ਦੇ ਅੱਗੇ ਸਿੱਖ ਨੇ, ਉਹਨਾਂ ਨੂੰ ਕਿਸੇ ਅਨਮਤੀਏ ਕੋਲ ਪੜ੍ਹਨ ਦੀ ਜਾਣ ਦੀ ਲੋੜ ਨਹੀਂ। ਉਹਨਾਂ ਨੂੰ ਇਹ ਮਹਾਰਾਜ ਸਾਹਿਬ ਨੇ ਫਿਰ ਰਹਿਤ ਮਰਜ਼ਾਦਾ ਦੱਸਦੇ ਆ, ਕਿਉਂਕਿ ਜੇ ਬੇਅਮਰਤੀਏ ਕੋਲੋਂ ਕੋਈ ਵਿਦਵਾਨ ਜਾਣ ਕੇ ਪੜ੍ਹ ਲਵੇਗਾ, ਮੈਂ ਕਈ ਉਦਾਹਰਨਾਂ ਦੇ ਸਕਦਾ। ਕੈਨੇਡਾ ਦੀ ਗੱਲਾਂ ਨੇ, ਜਿੱਦਾਂ ਤਾਜ਼ੀਆਂ ਗੱਲਾਂ ਨੇ, ਪਰ ਮੈਂ ਨਾਂ ਨਹੀਂ ਲੈਣਾ ਕਿਸੇ ਦਾ। ਉਹਨਾਂ ਨੇ ਵਿਦਾਂਤ ਪੜ੍ਹਾ ਕੇ ਤੇ ਇੱਕ ਲੜਕੀ ਜੋ ਬਹੁਤ ਕੈਂਪ ਵੀ ਅਟੈਂਡ ਕਰਦੀ ਸੀ, ਬਹੁਤ ਸੋਹਣੇ ਪ੍ਰਚਾਰ ਕਰਦੀ ਸੀ, ਉਸ ਦੇ 5 ਕਕਾਰ ਹੀ ਲਵਾਤੇ, ਤੇ ਉਹਨੂੰ ਇਹੋ ਹੀ ਜਣਾਤਾ ਕਿ ਤੂੰ ਬ੍ਰਹਮ ਹੈ, ਤੇ ਜਿਹੜਾ ਬ੍ਰਹਮ ਹੈ, ਬ੍ਰਹਮ ਨੂੰ ਕੋਈ ਲੋੜ ਨਹੀਂ ਕਿਸੇ ਤਰ੍ਹਾਂ ਦੇ ਬੰਦਸ਼ ਦੀ। ਤੇ ਫਿਰ ਜਦੋਂ ਭਾਈ ਦਾਨ ਸਿੰਘ ਜੀ ਨੇ ਜਿਹੜਾ ਹੀ ਬ੍ਰਹਮ ਗਿਆਨ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਸੀ, ਤੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਸੀ, ਤੇ ਉਹਨਾਂ ਨੇ ਕਿਹਾ ਮਹਾਰਾਜ ਫਿਰ ਮੈਨੂੰ ਹੁਣ ਕਿਰਪਾਨ ਪਾਉਣ ਦੀ ਕੀ ਲੋੜ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਸੀ ਵੀ ਭਾਈ ਦਾਨ ਸਿੰਘ ਤੇਰੇ ਕੋਲ ਤੇ 4 ਬੂੰਦਾਂ ਨੇ, ਤੇ ਤੂੰ ਕਹਿੰਦਾ ਸਾਨੂੰ ਕਿਰਪਾਨ ਪਾਉਣ ਦੀ ਲੋੜ ਨਹੀਂ, ਵੇ ਅਸੀਂ ਸ਼ਕਤੀ ਦਾ ਸਮੁੰਦਰ ਥੰਮਿਆ ਤੇ ਸਾਨੂੰ ਕਿਰਪਾਨ ਅਸੀਂ ਪਾਈ ਕਿ ਨਹੀਂ ਪਾਈ। ਕਹਿੰਦਾ ਭਾਈ ਹੈ ਮਹਾਰਾਜ। ਮਹਾਰਾਜ ਕਹਿੰਦੇ ਅਸੀਂ ਕਕਾਰ ਰੱਖੇ ਆ ਨਾ, ਕਹਿੰਦੇ ਰੱਖੇ। ਤੇ ਫਿਰ ਮਹਾਰਾਜ ਕਹਿੰਦੇ ਭਾਈ ਤੈਨੂੰ ਕਿਉਂ ਨਹੀਂ ਰੱਖਣੇ ਚਾਹੀਦੇ। ਇਹ ਗੁਰੂ ਸਾਹਿਬ ਦਾ ਪੰਥ ਨਿਰਾਲਾ ਵਾ ਸੰਸਾਰ ਤੋਂ, ਸੱਚੇ ਪਾਤਸ਼ਾਹ ਜੀ ਦਾ। ਸਾਰੀ ਅਵਸਥਾ ਦੀ ਪ੍ਰਾਪਤੀ ਹੋਣੀ, ਪਰ ਫਿਰ ਵੀ ਨਿਰੰਕਾਰ ਦੀ ਪ੍ਰੀਤ ਵਿੱਚ
ਰਹਿਤ ਮਰਿਆਦਾ ਨੂੰ ਕਮਾਉਣਾ। ਭਾਵੇਂ ਕਿ ਉਸ ਅਵਸਥਾ ਤੇ ਜਾ ਕੇ ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਜਾਂਦੀ, ਪਰ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਆਉਂਦਾ, ਤੇ ਬਹੁਤ ਜਿਹੜੇ ਗੁਰਮੁਖ ਨਾਲ ਸੁਣਿਆ ਹੋਊਗਾ, ਇਹਦੇ ਤੇ ਫਿਰ ਵਿਸਥਾਰ ਹੋ ਜਾਣਾ ਜ਼ਿਆਦਾ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਇਸ਼ਨਾਨ ਕਰਨਾ ਛੱਡਤਾ ਸੀ ਨਾ, ਤੇ ਫਿਰ ਸਿੱਖਾਂ ਨੇ ਸ਼ਿਕਾਇਤ ਕੀਤੀ ਸੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਮਹਾਰਾਜ ਨੇ ਪੁੱਛਿਆ, ਤੇ ਫਿਰ ਬਾਬਾ ਬੁੱਢਾ ਸਾਹਿਬ ਨੇ ਆਖਿਆ ਕਿ ਮਹਾਰਾਜ ਮੈਨੂੰ ਹੁਣ ਇਹ ਲੋੜ ਨਹੀਂ ਇਹਨਾਂ ਦੇ ਸਾਧਨਾਂ ਦੀ। ਗੁਰੂ ਸਾਹਿਬ ਨੇ ਫਿਰ ਆਖਿਆ ਸੀ, ਬਾਬਾ ਬੁੱਢਾ ਸਾਹਿਬ ਠੀਕ, ਤੁਸੀਂ ਸੱਚੀ ਗੱਲ ਕਹਿੰਦੇ, ਤੁਹਾਨੂੰ ਨਹੀਂ ਲੋੜ, ਤੁਸੀਂ ਸਾਡੇ ਸਰੂਪ ਚ ਅਭੇਦ ਹੋ, ਪਰ ਤੁਸੀਂ ਹੁਣ ਆਪਣੇ ਲਈ ਨਹੀਂ ਜੀਣਾ, ਸੰਸਾਰ ਲਈ ਜੀਣਾ। ਸੰਸਾਰ ਕਿਉਂਕਿ ਤੁਸੀਂ ਇੱਕ ਮਰਿਆਦਾ ਦੀ ਹੱਦੋਂ ਹੁਣ, ਤੇ ਤੁਹਾਡੇ ਵੱਲ ਵੇਖ ਕੇ ਗੁਰਸਿੱਖਾਂ ਨੇ ਜੀਵਨ ਕਮਾਉਣਾ ਕਿ ਜੇ ਬਾਬਾ ਬੁੱਢਾ ਸਾਹਿਬ ਜੀ ਏਡੇ ਬ੍ਰਹਮ ਗਿਆਨੀ ਹੋ ਕੇ ਇਸ਼ਨਾਨ ਕਰਦੇ ਅੰਮ੍ਰਿਤ ਵੇਲੇ ਉੱਠਦੇ ਆ, ਤੇ ਫਿਰ ਵੀ ਕੌਣ ਕਹੇ ਕਿ ਮੇਰੀ ਬੜੀ ਅਵਸਥਾ ਵੀ ਮੈਨੂੰ ਤੇ ਕੋਈ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਨਹੀਂ। ਕਿਉਂਕਿ ਇਹ ਸਾਰੀਆਂ ਗੱਲਾਂ ਹੁੰਦਿਆਂ ਹੋਇਆਂ ਵੀ ਕਈਆਂ ਨੇ ਪੰਥ 'ਚ ਬੜਾ ਆਪਣਾ ਪਖੰਡ ਚਲਾਇਆ, ਪਰ ਉਹ ਪਖੰਡ ਕਿੰਨਾ ਕੁ ਚਿਰ ਚੱਲਦਾ, ਬਹੁਤਾ ਲੰਮਾ ਸਮਾਂ ਇਹ ਚੀਜ਼ਾਂ ਨਹੀਂ ਚੱਲਦੀਆਂ। ਜਿਹੜਾ ਪ੍ਰੇਮ ਹੈ ਉਹਨੂੰ ਕੋਈ ਚੋਟ ਨਹੀਂ ਮਾਰ ਸਕਦਾ, ਪ੍ਰੇਮ ਸਦਾ ਹੀ ਰਹਿੰਦਾ, ਸਦੀਵ ਰਹਿੰਦਾ। ਅਸੀਂ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਦੀ ਸੰਗਤ ਕੀਤੀ, ਤੇ ਜਿਉਂ ਬਚਪਨ ਤੋਂ ਲੈ ਕੇ ਬੜੇ ਬੜੇ ਪਖੰਡੀ ਉਸ ਦੌਰ ਦੇ ਵਿੱਚ ਦੀ ਲੰਘੇ, ਕਈਆਂ ਦਾ ਬੜਾ ਵੱਡਾ ਪ੍ਰਤਾਪ, ਕਹਿੰਦੇ ਵੀ ਵੱਡੇ ਜੀ ਬੜੇ ਮਹਾਨ ਮਹਾਂਪੁਰਖ ਵਾ, ਫਿਰ ਬਸ 5-7 ਸਾਲ ਲੰਘੇ, ਫਿਰ ਬਸ ਸਾਰਾ ਕੁਝ ਠੁੱਸ ਹੋ ਗਿਆ। ਇਹ ਚੀਜ਼ਾਂ ਲੰਮਾ ਸਮਾਂ ਨਹੀਂ ਨਿਭਦੀਆਂ, ਪਰ ਜਿਹੜਾ ਸਤਿਗੁਰੂ ਜੀ ਦਾ ਪਿਆਰ ਵਾ, ਗੁਰਬਾਣੀ ਦੀ ਪ੍ਰੀਤ ਹੈ, ਅਸਲੀ ਸੱਚਾ ਜੀਵਨ ਵਾ, ਉਹਨੂੰ ਕਿਸੇ ਕੋਲੋਂ ਵਡਿਆਈ ਦੀ ਲੋੜ ਨਹੀਂ ਹੁੰਦੀ, ਤੇ ਉਹ ਫਿਰ ਆਪਣਾ ਜੀਵਨ ਪ੍ਰੇਮ ਦੇ ਤਲ ਤੇ ਜਿਉਂਦੇ ਆ। ਉਹ ਪ੍ਰੇਮ ਸਤਿਗੁਰੂ ਜੀ ਦੀ ਬਾਣੀ ਦੇ ਅਰਥਾਂ ਤੋਂ ਬਹੁਤ ਜਲਦ ਪ੍ਰਾਪਤ ਹੁੰਦਾ। ਅਧਿਆਤਮਕ ਰਸਤੇ ਤੇ ਗੁਰਬਾਣੀ ਦੇ ਅਰਥਾਂ ਦੀ ਸੋਝੀ ਹੋਣੀ ਤੇ ਬਹੁਤ ਛੇਤੀ ਤਰੱਕੀ ਪ੍ਰਾਪਤ ਹੁੰਦੀ ਹੈ। ਤੇ ਇਹ ਸਤਿਗੁਰੂ ਜੀ ਨੇ ਆਪਣੇ ਘਰ ਵਿੱਚ ਬ੍ਰਹਮ ਵਿਦਿਆ ਜਿਹੜੀ ਹੈ ਨਾ, ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਜਦੋਂ ਇਹ ਗੁਰਬਾਣੀ ਦੇ ਅਰਥਾਂ ਦੀ ਪ੍ਰਣਾਲੀ ਦਾ ਜਿਹੜਾ ਹੈ ਉਹ ਮੈਂ ਜਿਹੜਾ ਬਚਨ ਤੁਹਾਨੂੰ ਜਿਹੜਾ ਹੈ ਉਹ ਸਰਵਣ ਕਰਾਵਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਸਤਿਗੁਰੂ ਜੀ ਬਰਾਜ ਰਹੇ ਸੀ, ਤੇ ਇੱਕ ਜਿਹੜਾ ਟਕਸਾਲ ਦੀ ਜਿਹੜੀ ਹੈ ਆਰੰਭਤਾ ਹੋਣੀ, ਉਹ ਵੀ ਇਹਦੇ ਨਾਲ ਸੰਬੰਧਿਤ ਵਾ। ਤੇ ਉਹ ਬਾਣੀ ਪੜ੍ਹਦੇ ਆ, ਦੱਖਣੀ ਓਂਕਾਰ ਦੀ ਕਰਤੇ ਕੀਮਤ ਕਰਤਾ ਜਾਣੇ, ਤੇ ਕੈ ਜਾਣੈ ਗੁਰ ਸੂਰਾ, ਇਹ ਕੈ ਸ਼ਬਦ ਵਾ, ਕੈ ਦਾ ਅਰਥ ਹੈ ਜਾਂ। ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਮਿੱਤ ਮਰਿਆਦਾ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਜਾਣਦੇ ਆ, ਤੇ ਕੈ ਦਾ ਅਰਥ ਹੈ ਜਾਂ ਗੁਰੂ ਸੂਰਮਾ ਜਾਣਦਾ। ਇਹ ਇਸ ਬਾਣੀ ਦੀ ਪੰਕਤੀ ਦਾ ਅਰਥ ਹੈ। ਪਰ ਉਹ ਸਿੱਖ ਨੇ ਪੜ੍ਹ ਦਿੱਤਾ, ਕਰਤੇ ਕੀਮਤ ਕਰਤਾ ਜਾਣੈ, ਕੇ ਜਾਣੈ ਗੁਰ ਸੂਰਾ। ਕੇ ਤੋਂ ਭਾਵ ਕੀ ਜਾਣਦਾ, ਗੁਰੂ ਸੂਰਮਾ ਭਾਵ ਨਹੀਂ ਜਾਣਦਾ। ਅਨਰਥ ਹੋ ਗਿਆ ਨਾ, ਅਰਥ ਬਦਲ ਗਏ। ਸਿਰਫ ਇੱਕ ਮਾਤਰਾ ਘੱਟ ਲਾਉਣ ਨਾਲ ਗੁਰਬਾਣੀ ਦੀ ਇੱਕ ਆਵਾਜ਼ ਵਿੱਚ ਮੈਨੂੰ ਥੋੜੀ ਆਉਂਦੀ, ਹਾਂਜੀ ਹਟ ਗਈ, ਤੇ ਇੱਕ ਲਾਂ ਘੱਟ ਲਾਉਣ ਦੇ ਨਾਲ ਜਿਹੜਾ ਹੈ ਉਹ ਅਰਥ ਜਿਹੜਾ ਬਦਲ ਗਿਆ। ਇਸ ਕਰਕੇ ਹਾਂਜੀ ਆਵਾਜ਼ ਆਉਂਦੀ ਮੈਨੂੰ ਵਿੱਚ, ਹਾਂਜੀ ਹੁਣ ਠੀਕ ਆ। ਹਾਂਜੀ, ਤੇ ਜਦੋਂ ਗੁਰਬਾਣੀ ਸ਼ੁੱਧ ਪੜ੍ਹਨ ਦਾ ਸਾਨੂੰ ਬੋਧ ਹੋਵੇਗਾ ਤੇ ਗੁਰਬਾਣੀ ਦੇ ਅਰਥਾਂ ਦਾ ਪਤਾ ਹੋਵੇਗਾ, ਬਹੁਤ ਜਲਦ ਬਰਾਗ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਣੀ ਦੇ ਅੰਦਰ ਕਹਿੰਦੇ ਆ, ਤਿੱਚਰ ਵਸਹਿ ਸੁਹੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਹੁਣ ਇਹ ਧਨ ਕੌਣ ਹੈ, ਸਾਥੀ ਕੌਣ ਹੈ, ਇਸਤਰੀ ਕੌਣ ਹੈ, ਪਤੀ ਕੌਣ ਹੈ, ਜਿਹਦਾ ਪਤਾ ਹੋਇਆ ਤੇ ਇਹ ਬਰਾਗ ਵਾਲਾ ਸ਼ਬਦ ਹੈ। ਤਿੱਚਰ ਵਸਹਿ ਸੁਹੇਲੜੀ, ਇਹਦੇ ਚ ਮਹਾਰਾਜ ਦੇਹ ਜਿਹੜੀ ਹੈ ਇਹਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਇਸਤਰੀ ਦਿਖਾਇਆ, ਤੇ ਜਿਹੜਾ ਜੀਵ ਆਤਮਾ ਇਹਨੂੰ ਪਤੀ ਦਿਖਾਇਆ ਮਹਾਰਾਜ ਨੇ। ਤੇ ਦੋਵਾਂ ਦੀਆਂ ਗੱਲਾਂ ਬਾਤਾਂ ਦੱਸੀਆਂ, ਦੋਵਾਂ ਦਾ ਸੰਵਾਦ ਕਰਾ ਕੇ ਮਹਾਰਾਜ ਨੇ ਇਹ ਸ਼ਬਦ ਸਤਿਗੁਰਾਂ ਜੀ ਨੇ ਉਚਾਰਨ ਕੀਤਾ ਕਿ ਤਿੱਚਰ ਵਸਹਿ ਸੁਹੇਲੜੀ, ਉਹਨਾਂ ਚਿਰ ਇਹ ਦੇਹ ਰੂਪੀ ਇਸਤਰੀ ਬਹੁਤ ਸੁਖੀ ਵਸਦੀ ਹੈ, ਜਿੱਚਰ ਸਾਥੀ ਨਾਲ, ਜਿੰਨਾ ਚਿਰ ਇਹਦਾ ਸਾਥੀ ਜੀਵਾਤਮਾ ਨਾਲ, ਜਾਂ ਸਾਥੀ ਉੱਠੀ ਚੱਲਿਆ,
ਜਦੋਂ ਇਹਦਾ ਸਾਥੀ ਜੀਵ ਆਤਮਾ ਉੱਠ ਕੇ ਚੱਲਿਆ ਅੰਦਰੋਂ ਤਾਂ ਧਨ ਖਾਕੂ ਰਾਲ। ਉਦੋਂ ਇਹ ਧਨ ਦਾ ਅਰਥ ਧਨ ਇਹ ਪੋਲਾ ਬੋਲੀਦਾ, ਧਨ ਇਹ ਅਧਿਕ ਟਿੱਪੀ ਨਾਲ ਨਹੀਂ ਬੋਲੀਦਾ, ਭਾਰਾ ਨਹੀਂ। ਇਹ ਧਨ ਦਾ ਅਰਥ ਹੁੰਦਾ ਇਸਤਰੀ। ਇਸਤਰੀ ਕੌਣ? ਸਰੀਰ ਰੂਪੀ ਇਸਤਰੀ। ਤਾਂ ਧਨ ਖਾਕੂ ਰਾਲ, ਫਿਰ ਇਹ ਜਿਹੜੀ ਸਰੀਰ ਰੂਪੀ ਇਸਤਰੀ ਖਾਕੂ ਖਾਕ ਚ ਰਲ ਜਾਂਦੀ। ਤੇ ਇਹ ਜਿੱਦਾਂ ਸਾਰੇ ਇਹ ਹੁਣ ਸ਼੍ਰੀ ਰਾਗ ਦਾ, ਇਹ ਸ੍ਰੀ ਰਾਗ ਦਾ ਸ਼ਬਦ ਆ। ਤਾਂ ਜਦੋਂ ਆਪਾਂ ਨੂੰ ਉਥਾਨਕਾ ਪਤਾ ਹੋਈ, ਸੁਣ ਲਈ ਸ਼ਬਦ ਦਾ ਜਿਹੜਾ ਹੈ ਕਿਹਦੇ ਪ੍ਰਥਾਏ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ, ਤੇ ਉਹ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਕੀ ਕੀ ਸਾਨੂੰ ਸਮਝਾਇਆ, ਤੇ ਆਪਣੇ ਆਪ ਹੀ ਕੁਦਰਤੀ ਉਹ ਚੀਜ਼ ਸਾਨੂੰ ਬੈਰਾਗ ਉਤਪੰਨ ਕਰੇਗੀ। ਜਿਵੇਂ ਹੁਣ ਜਿਹੜੀਆਂ ਪਦਮਨੀ ਜਾਤੀ ਦੀਆਂ ਇਸਤਰੀਆਂ ਸੀ, ਜਦੋਂ ਮਹਾਰਾਜ ਸਾਹਿਬ ਸਿੰਗਲਾ ਦੀਪ ਗਏ ਆ, ਬਸੰਤ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰ ਕੇ ਉਹਨਾਂ ਦੀ ਕਾਮ ਵਾਸ਼ਨਾ ਮੇਟ ਦਿੱਤੀ ਸੀ। ਤੇ ਉਹ ਵਾਸ਼ਨਾ ਦੇ ਮੇਟਣ ਨੂੰ ਹੀ ਸਾਰਾ ਪ੍ਰਕਰਨ ਹੈ। ਫਿਰ ਇਸਤਰੀ ਦੇ ਸ਼ਿੰਗਾਰ ਦਾ ਸਾਰਾ ਪ੍ਰਕਰਨ ਹੈ ਕਿ ਕਿਹੜੇ ਕਿਹੜੇ ਉਹ ਜਿਹੜੇ ਆ, ਜਿਵੇਂ ਜਿਹੜੇ ਸ਼ਿੰਗਾਰ ਉਹ ਬਾਹਰੋਂ ਲੈ ਕੇ ਜਿਹੜੇ ਉਹ ਇਸਤਰੀਆਂ ਦੇ ਮੰਨੇ ਜਾਂਦੇ ਆ ਵੀ ਇਹ ਸਰੀਰ ਦਾ ਸ਼ਿੰਗਾਰ ਹੈ। ਜਿਵੇਂ ਕੋਈ ਕਾਂਟੇ ਪਾਉਣੇ, ਹੱਥਾਂ 'ਚ ਛਾਪਾਂ ਪਾਉਣੀਆਂ, ਗਜਰੇ ਪਾਉਣੇ, ਗਲ 'ਚ ਹਾਰ ਪਾਉਣਾ, ਨੱਕ 'ਚ ਨੱਥ ਪਾਉਣੀ। ਤਾਂ ਉਹ ਗੁਰੂ ਸਾਹਿਬ ਜੀ ਨੇ ਫਿਰ ਆਸਾ ਰਾਗ ਦੇ ਵਿੱਚ ਵੀ ਇਸ ਤਰ੍ਹਾਂ ਦੇ ਸ਼ਬਦ ਸਤਿਗੁਰਾਂ ਜੀ ਦੇ ਹੈਗੇ, ਜਿਹਦੇ 'ਚ ਮਹਾਰਾਜ ਸਾਹਿਬ ਦੱਸਦੇ ਆ ਵੀ ਜਿਹੜੀ ਆ ਮੁੰਦਰੀ ਕਿਹੜੀ ਪਾਉਣੀ ਚਾਹੀਦੀ ਹੈ, ਗਲ 'ਚ ਹਾਰ ਕਿਹੜਾ ਪਾਉਣਾ ਚਾਹੀਦਾ, ਹੱਥਾਂ 'ਚ ਗਜਰੇ ਕਿਹੜੇ ਪਾਉਣੇ ਚਾਹੀਦੇ ਆ, ਤੇ ਨੱਕ 'ਚ ਨੱਥ ਕਿਹੜੀ ਪਾਉਣੀ ਚਾਹੀਦੀ ਆ, ਕੰਨਾਂ 'ਚ ਬੁੰਦੇ ਕਿਹੜੇ ਪਾਉਣੇ ਚਾਹੀਦੇ ਆ। ਇਹ ਸਤਿਗੁਰੂ ਜੀ ਸਾਰੇ ਗਹਿਣਿਆਂ ਦਾ ਜ਼ਿਕਰ ਕਰਦੇ। ਤੇ ਫਿਰ ਮਹਾਰਾਜ ਇਹਨਾਂ ਅੰਤਰੀਵ ਗਹਿਣਿਆਂ ਦਾ ਜ਼ਿਕਰ ਕਰਕੇ ਕਹਿੰਦੇ ਆ ਵੀ ਜੇ ਏਦਾਂ ਦਾ ਸੁਰਮਾ ਪਾਵੇ, ਏਦਾਂ ਦੇ ਗਹਿਣੇ ਧਾਰਨ ਕਰੇ, ਤੇ ਫਿਰ ਵਾਹਿਗੁਰੂ ਜੀ ਦੇ ਪਤੀ ਦੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ। ਇਹ ਸਤਿਗੁਰੂ ਜੀ ਨੇ ਜਿਹੜੇ ਪ੍ਰਕਰਨ ਦੇ ਮੁਤਾਬਕ ਬਾਣੀ ਉਚਾਰਨ ਕੀਤੀ ਹੈ, ਜਦੋਂ ਸਾਨੂੰ ਉਹ ਸੋਝੀ ਹੋ ਗਈ, ਉਹ ਪਤਾ ਲੱਗ ਗਿਆ, ਆਪਣੇ ਆਪ ਹੀ ਜਿਹੜੀਆਂ ਚੀਜ਼ਾਂ ਦੇ ਮੇਟਣ ਨੂੰ ਸਤਿਗੁਰਾਂ ਜੀ ਨੇ ਆਪਣੀ ਸਿੱਖਿਆ ਦ੍ਰਿੜਾਈ ਹੈ, ਉਹ ਬੁਰੀਆਂ ਚੀਜ਼ਾਂ ਆਪਣੇ ਆਪ ਹੀ ਫਿਰ ਅੰਦਰੋਂ ਮਿਟਦੀਆਂ। ਤਾਂ ਇਹ ਬਹੁਤ ਜ਼ਰੂਰੀ ਹੈ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਆਵਾਜ਼ ਸੁਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਤੇ ਮਹਾਰਾਜ ਜੀ ਨੇ ਆਖਿਆ, ਸਿੰਘ ਮਸਤੀ 'ਚ ਪੜ੍ਹਦਾ ਸੀ, ਗੁਰੂ ਸਾਹਿਬ ਨੇ ਆਖਿਆ ਬਈ ਸਿੰਘ ਨੂੰ ਸਮਝਾਓ ਕਿ ਬਾਣੀ ਠੀਕ ਪੜ੍ਹੇ। ਆਪਣੇ ਕੋਲੋਂ ਹਜ਼ੂਰੀ ਚੋਂ ਮਹਾਰਾਜ ਨੇ ਸਿੰਘ ਭੇਜਿਆ, ਪਰ ਉਹ ਪੜ੍ਹਨ 'ਚ ਮਸਤ ਸੀਗਾ, ਉਹਨੇ ਖਿਆਲ ਨਹੀਂ ਦਿੱਤਾ। ਤੇ ਫਿਰ ਗੁਰੂ ਸਾਹਿਬ ਨੇ ਦੂਸਰੀ ਵਾਰ ਕਿਹਾ ਵੀ ਇਹਨੂੰ ਥੋੜਾ ਜਿਹਾ ਜਿਹੜਾ ਹੈ ਉਹ ਸਜ਼ਾ ਦਿਓ। ਤੇ ਇੱਕ ਦੋ ਫਿਰ ਸਿੰਘ ਨੇ ਜੜ ਦਿੱਤੀਆਂ ਜਾ ਕੇ। ਤੇ ਜਦੋਂ ਫਿਰ ਦੀਵਾਨ ਮਹਾਰਾਜ ਦਾ ਸਜਿਆ, ਉਹ ਸਿੰਘ ਦੀਵਾਨ 'ਚ ਹਾਜ਼ਰ ਹੋ ਗਿਆ ਬਿਨਾਂ ਕਾਰਨ ਤੋਂ। ਉਹਨੇ ਸੋਚਿਆ ਮੈਨੂੰ ਕਿਉਂ ਮਾਰ ਪਈ ਆ, ਤੇ ਸਤਿਗੁਰੂ ਜੀ ਦੇ ਹਜ਼ੂਰ ਫਿਰ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦਾ ਬਚਨ ਤਾਂ ਇਹ ਆ ਵੀ ਜਿਹੜਾ ਬਾਣੀ ਪੜ੍ਹੇ ਉਹਨੂੰ ਪਰਲੋਕ 'ਚ ਜਮਾਂ ਦੀ ਮਾਰ ਨਹੀਂ ਪੈਂਦੀ। ਤੇ ਮਹਾਰਾਜ ਮੈਨੂੰ ਬਾਣੀ ਪੜ੍ਹਦਿਆਂ ਅੱਜ ਤੁਹਾਡੇ ਇੱਥੇ ਦਰਬਾਰ ਦੇ ਲਾਗੇ ਹੀ ਮਹਾਰਾਜ ਮੈਨੂੰ ਮਾਰ ਪੈ ਗਈ ਆ। ਸਤਿਗੁਰੂ ਜੀ ਕਹਿੰਦੇ ਭਾਈ ਸਿੱਖਾ ਵੀ ਤੂੰ ਬਾਣੀ ਪੜ੍ਹਦਾ ਸੀ, ਤੇ ਕਿਹੜੀ ਪੰਕਤੀ ਪੜ੍ਹਦਾ ਸੀ, ਬਾਣੀ ਪੜ੍ਹ ਕਿਹੜੀ ਪੜ੍ਹਦਾ ਸੀ। ਉਹ ਕਹਿਣ ਪੜ੍ਹਨ ਲੱਗ ਪਿਆ, ਤੇ ਜਦੋਂ ਪੜ੍ਹਨ ਲੱਗਿਆ ਉਹਨੇ ਫਿਰ ਉਦਾਂ ਹੀ ਪੜ੍ਹਿਆ। ਤੇ ਗੁਰੂ ਸਾਹਿਬ ਕਹਿੰਦੇ ਬਈ ਜੇ ਕੇ ਜਾਣਿਆ ਗੁਰਸੂਰਾ, ਜੇ ਅਸੀਂ ਕੁਝ ਨਹੀਂ ਜਾਣਦੇ ਤੇ ਫਿਰ ਸਾਡੇ ਕੋਲ ਤੁਸੀਂ ਲੈਣ ਕੀ ਆਉਣਾ। ਕਹਿਣ ਲੱਗਾ ਮਹਾਰਾਜ ਸਾਨੂੰ ਤੇ ਫਿਰ ਮੈਨੂੰ ਤੇ ਪਤਾ ਨਹੀਂ। ਮੈਂ ਤੇ ਮਹਾਰਾਜ ਕਹਿੰਦੇ ਤੂੰ ਇੱਕ ਲਾਂ ਜਿਹੜੀ ਆ ਉਹ ਛੱਡ ਗਿਆ, ਕੈ ਦੀ ਥਾਂ ਕੇ ਪੜ੍ਹਦਾ। ਉਹ ਕਹਿੰਦੇ ਮਹਾਰਾਜ ਮਾਫ ਕਰ ਦਿਓ। ਗੁਰੂ ਸਾਹਿਬ ਨੇ ਫਿਰ ਇਹ ਆਗਿਆ ਕੀਤੀ ਵੀ ਗੁਰਬਾਣੀ ਸਾਡੇ ਅੰਗ ਵਾ, ਜੇ ਕੋਈ ਲਗਾ ਮਾਤਰ ਨੂੰ ਜਿਹੜਾ ਹੈ ਉਹ ਘਟਾ ਕੇ ਪੜ੍ਹਦਾ ਜਾਂ ਆਪਣੇ ਕੋਲੋਂ ਵਧਾ ਕੇ ਪੜ੍ਹਦਾ ਹੈ, ਮਹਾਰਾਜ ਕਹਿੰਦੇ ਸਾਡੇ ਅੰਗਾਂ ਨੂੰ ਤੋੜਨ ਦੇ ਬਰਾਬਰ ਵਾ। ਤੇ ਫਿਰ ਜਦੋਂ ਅਰਥ ਗੁਰੂ ਸਾਹਿਬ ਨੇ ਦੱਸੇ ਇਹਦੇ ਪੰਕਤੀ ਦੇ, ਤੇ ਭਾਈ ਦਇਆ ਸਿੰਘ ਸਾਹਿਬ ਨੇ ਆਖਿਆ ਕਿ ਮਹਾਰਾਜ ਫਿਰ ਸਾਨੂੰ ਤਾਂ ਅਰਥ ਨਹੀਂ ਪਤਾ ਬਾਣੀ ਦੇ, ਕਿਰਪਾ ਕਰੋ ਮਹਾਰਾਜ। ਸਿੰਘਾਂ ਦੀ ਇਹ ਬੇਨਤੀ, ਕਿਉਂਕਿ ਸਿੰਘਾਂ ਨੇ ਸਾਰਿਆਂ ਨੇ ਭਾਈ ਦਇਆ ਸਿੰਘ ਸਾਹਿਬ ਨੂੰ ਆਖਿਆ ਵੀ ਸਾਨੂੰ ਬਾਣੀ ਦਾ ਬੋਧ ਕੌਣ ਦੇਵੇ, ਗੁਰੂ ਸਾਹਿਬ ਤੋਂ ਬਿਨਾਂ ਕੌਣ ਦਊਗਾ, ਹਨਾ। ਤੇ ਵੀ ਗੁਰੂ ਸਾਹਿਬ ਸਾਨੂੰ ਬਾਣੀ ਦਾ ਬੋਧ ਦੇਣ। ਫਿਰ ਭਾਈ ਦਇਆ ਸਿੰਘ ਸਾਹਿਬ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਬਾਣੀ ਦੇ ਫਿਰ ਅਰਥ ਪੜ੍ਹਾਓ, ਮਿਹਰ ਕਰੋ, ਸਾਨੂੰ ਬਾਣੀ ਸ਼ੁੱਧ ਪੜ੍ਹਨੀ ਆਵੇ, ਕਿਉਂਕਿ ਅਰਥ ਪਤਾ ਹੋਣਗੇ ਤੇ ਆਪੇ ਹੀ ਮਾਤਰਾ ਲੱਗਣਗੀਆਂ। ਤੇ ਜੇ ਜਿਹਨੂੰ ਹੁਣ ਇਹ ਬਾਣੀ ਦਾ ਪੰਕਤੀ ਦਾ ਅਰਥ ਪਤਾ ਲੱਗ ਗਿਆ, ਉਹ ਕਦੋਂ ਕੇ ਪੜੂਗਾ? ਕਦੇ ਵੀ ਨਹੀਂ ਪੜ੍ਹਨਾ ਉਹਨੇ ਕੇ, ਉਹਨੇ ਕੈ ਪੂਰਾ ਪੜ੍ਹਨਾ। ਤੇ ਜਿੰਨਾ ਚਿਰ ਅਰਥ ਨਹੀਂ ਪਤਾ ਤੇ ਫਿਰ ਭਾਵੇਂ ਭੁਲੇਖੇ ਨਾ ਪੜ੍ਹ ਜੇ। ਫਿਰ ਸਤਿਗੁਰਾਂ ਜੀ ਨੇ ਆਗਿਆ ਕੀਤੀ ਕਿ ਭਾਈ ਦਇਆ ਸਿੰਘ ਜੀ ਹੁਣ ਤਾਂ ਜੰਗਾਂ ਯੁੱਧਾਂ ਦਾ ਸਮਾਂ, ਪਰ ਤੁਹਾਡੇ ਨਾਲ ਅਸੀਂ ਬਚਨ ਕਰ ਲੈਨੇ ਆ, ਜਦੋਂ ਜੰਗਾਂ ਯੁੱਧਾਂ ਤੋਂ ਸਾਨੂੰ ਵਿਹਲ ਮਿਲਿਆ ਉਦੋਂ ਤੁਹਾਨੂੰ ਗੁਰਬਾਣੀ ਦੇ ਅਰਥ ਜ਼ਰੂਰ ਪੜ੍ਹਾਵਾਂਗੇ। ਇਹ ਸਤਿਗੁਰਾਂ ਜੀ ਨੇ ਆਗਿਆ ਕੀਤੀ।
ਤੇ ਜਦੋਂ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਏ, ਸਾਰੇ ਕੌਤਕਾਂ ਨੂੰ ਮਹਾਰਾਜ ਕਰਦੇ ਹੋਏ, ਤੇ ਇੱਥੇ ਫਿਰ ਭਾਈ ਦਇਆ ਸਿੰਘ ਸਾਹਿਬ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਕਿਰਪਾ ਕਰੋ, ਗੁਰਬਾਣੀ ਦੇ ਅਰਥ ਪੜ੍ਹਾਓ। ਤੇ ਫਿਰ ਸਤਿਗੁਰਾਂ ਜੀ ਨੇ ਕਿਹਾ ਕਿ ਜਾਓ ਧੀਰਮਲ ਦੇ ਕੋਲ, ਜਿਹੜਾ ਗੁਰੂ ਸਾਹਿਬ ਜੀ ਦਾ ਸਰੂਪ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਵੱਡੇ ਸਤਿਗੁਰਾਂ ਜੀ ਨੇ ਜੋ ਲਿਖਵਾਇਆ ਗੁਰੂ ਅਰਜਨ ਸਾਹਿਬ ਜੀ ਨੇ, ਉਹ ਲੈ ਕੇ ਆਓ ਤੇ ਨਾਲੇ ਪਿਤਾ ਸਤਿਗੁਰੂ ਜੀ ਦੀ ਬਾਣੀ ਚੜਾ ਦਈਏ। ਫਿਰ ਜਦੋਂ ਧੀਰਮਲ ਕੋਲ ਸਿੰਘ 25 ਸਿੰਘਾਂ ਦਾ ਜਥਾ ਮਹਾਰਾਜ ਜੀ ਨੇ ਭੇਜਿਆ ਸੀਗਾ, ਤੇ ਜਦੋਂ ਸਿੰਘ ਗਏ ਆ, ਇਹਨਾਂ ਨੇ ਫਿਰ ਧੀਰਮਲ ਨੇ ਅੱਗੋਂ ਆਖਿਆ ਕਿ ਵੱਡਿਆਂ ਦੀ ਜਿਹੜੀ ਬਖਸ਼ਿਸ਼ ਹੈ ਸਾਡੇ ਕੋਲੋਂ ਕਿਉਂ ਖੋਹਦੇ ਹੋ, ਤੇ ਜੇ ਗੁਰੂ ਸਾਹਿਬ ਉਹੋ ਹੀ ਸਰੂਪ ਨੇ ਤੇ ਆਪ ਕਿਉਂ ਨਹੀਂ ਉਚਾਰਨ ਕਰ ਲੈਂਦੇ। ਇਹ ਤੇ ਸਮੇਂ ਜਿਹੜਾ ਸੀ ਨਾ, ਧੀਰਮਲ ਨੇ ਆਖਤਾ, ਸਿੰਘਾਂ ਦੇ ਮਨ 'ਚ ਮਹਾਰਾਜ ਦਾ ਸਰੂਪ ਵੀ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਨਾਲ ਸਿੰਘਾਂ ਦੇ ਮਨ 'ਚ ਸ਼ੰਕਾ ਪਾਤਾ ਕਿ ਵੀ ਜੇ ਗੁਰੂ ਸਾਹਿਬ ਪੂਰੇ ਆ ਤੇ ਆਪ ਉਚਾਰ ਲੈਣ, ਭਾਵ ਜੇ ਨਹੀਂ ਉਚਾਰਦੇ ਤੇ ਆਪੇ ਉਹਨਾਂ ਨੂੰ ਪਤਾ ਲੱਗ ਜੂ ਵੀ ਗੁਰੂ ਸਾਹਿਬ ਪੂਰੇ ਨਹੀਂ ਹੈਗੇ। ਉਹ ਫਿਰ ਸਿੰਘਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਉਵੇਂ ਹੀ ਜੋ ਧੀਰਮਲ ਨੇ ਜਵਾਬ ਦਿੱਤਾ ਸੀ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਤਾ ਕਿ ਮਹਾਰਾਜ ਧੀਰਮਲ ਨੇ ਤੇ ਇਉਂ ਆਖਿਆ। ਫਿਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਨੇ ਆਪਣੇ ਮਨ 'ਚ ਉਦੋਂ ਵਿਚਾਰਿਆ ਕਿ ਜੇ ਹੁਣ ਅਸੀਂ ਬਾਣੀ ਆਪਣੇ ਕੰਠੋਂ ਨਾ ਉਚਾਰੀ ਤੇ ਸਿੰਘਾਂ ਨੂੰ ਸਾਡੇ ਸਰੂਪ ਤੇ ਸ਼ੰਕਾ ਹੋ ਜਾਊਗਾ, ਤੇ ਜੇ ਸਿੱਖ ਨੂੰ ਗੁਰੂ ਤੇ ਸ਼ੰਕਾ ਹੋ ਜਾਏ ਉਹਦੀ ਮੁਕਤ ਨਹੀਂ ਹੋ ਸਕਦੀ, ਫਿਰ ਉਹਨੂੰ ਕਦੇ ਮੁਕਤੀ ਨਹੀਂ ਮਿਲ ਸਕਦੀ ਜੇ ਗੁਰੂ ਜੀ ਤੇ ਸ਼ੰਕਾ ਹੋ ਜਾਏ ਸਿੱਖ ਨੂੰ। ਤੇ ਫਿਰ ਸਿੰਘਾਂ ਨੂੰ ਸ਼ੰਕਿਆਂ ਤੋਂ ਬਚਾਉਣ ਲਈ ਸਤਿਗੁਰਾਂ ਜੀ ਨੇ ਆਗਿਆ ਕੀਤੀ ਵੀ ਤਿਆਰੀ ਕਰੋ, ਅਸੀਂ ਆਪ ਬਾਣੀ ਜਿਹੜੀ ਆ ਉਚਾਰਨ ਕਰਾਂਗੇ। ਫਿਰ ਮਹਾਰਾਜ ਭਾਈ ਮਨੀ ਸਿੰਘ ਸਾਹਿਬ ਨੂੰ ਆਗਿਆ ਕੀਤੀ ਕਿ ਤੁਸੀਂ ਬਾਣੀ ਦੀ ਲਿਖਣ ਦੀ ਸੇਵਾ ਕਰਨੀ ਹੈ। ਤੇ ਭਾਈ ਮਨੀ ਸਿੰਘ ਸਾਹਿਬ ਨੇ ਆਖਿਆ ਕਿ ਮਹਾਰਾਜ ਜਦੋਂ ਆਪ ਜੀ ਉਚਾਰੋਗੇ ਤਾਂ ਇੰਨੀ ਜਲਦੀ ਮੈਂ ਲਿਖ ਨਹੀਂ ਸਕਾਂਗਾ। ਤਾਂ ਸਤਿਗੁਰੂ ਜੀ ਕਹਿੰਦੇ ਕਿ ਭਾਈ ਮਨੀ ਸਿੰਘ ਜੀ ਨੂੰ ਜਿਹੜੇ ਬਚਨ ਆਖੇ ਇਤਿਹਾਸ ਚ ਅੰਕਿਤ ਨੇ, ਮਹਾਰਾਜ ਕਹਿੰਦੇ ਭਾਈ ਮਨੀ ਸਿੰਘ ਤੈਨੂੰ ਵਾਹਿਗੁਰੂ ਜੀ ਨੇ ਵਡਿਆਈ ਦੇਣੀ ਹੈ, ਇਹ ਕਲਮ ਆਪੇ ਹੀ ਚੱਲੂਗੀ ਹਵਾ ਵਾਂਗੂ, ਇਹ ਨਿਰੰਕਾਰ ਨੇ ਤੈਨੂੰ ਵੱਡੀ ਵਡਿਆਈ ਬਖਸ਼ਿਸ਼ ਕਰਨੀ ਹੈ। ਤੇ ਭਾਈ ਮਨੀ ਸਿੰਘ ਸਾਹਿਬ ਨੇ ਸੀਸ ਝੁਕਾਇਆ। ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਉੱਥੇ ਮਹਾਰਾਜ ਜੀ ਨੇ ਬੁਲਾਇਆ ਤੇ ਫਿਰ ਆਗਿਆ ਕੀਤੀ ਕਿ ਕਾਗਜ਼, ਸਿਆਹੀ ਤੇ ਕਲਮਾਂ ਇਹ ਤਿਆਰ ਕਰੋ। ਆਪਾਂ ਨੂੰ ਕਹਿਣ ਨੂੰ ਬੜਾ ਸੌਖਾ ਲੱਗਦਾ ਕਿ ਜਿਹੜੀ ਆਪਣਾ ਸਿਆਹੀ ਹੈ ਜਾਂ ਕਲਮਾਂ ਨੇ, ਤੇ ਇਹ ਤਾਂ ਬਹੁਤ ਸੌਖਾ ਹੀ ਹੈ ਬਣਾਉਣਾ, ਪਰ ਸਿਆਹੀ ਜਿਹੜੀ ਤਿਆਰ ਕਰਨੀ ਨਾ ਉਹ ਸੌਖੀ ਨਹੀਂ ਹੁੰਦੀ। ਕਾਗਜ਼ ਵੀ ਉਹਨਾਂ ਸਮਿਆਂ 'ਚ ਤਿਆਰ ਕਰਨੇ ਸੌਖੇ ਨਹੀਂ ਹੁੰਦੇ, ਤੇ ਅੱਜ ਤੱਕ ਵੀ ਉਹ ਸਰੂਪ ਗੁਰੂ ਮਹਾਰਾਜ ਸਾਹਿਬ ਜੀ ਦਾ ਸੰਗਤਾਂ ਹੁਣ ਤਾਂ, ਪਹਿਲਾਂ ਤਾਂ ਸਾਲ ਦੇ ਸਾਲ ਵਿਸਾਖੀ ਦੇ ਪੁਰਬ ਤੇ ਮੇਰੇ ਖਿਆਲ ਦਰਸ਼ਨ ਕਰਾਉਂਦੇ ਸੀ, ਹੁਣ ਸ਼ਾਇਦ ਉਦਾਂ ਦਰਸ਼ਨ ਕਰਾਉਂਦੇ ਆ, ਤੇ ਹੁਣ ਪ੍ਰਕਾਸ਼ ਕਰਕੇ ਦਰਸ਼ਨ ਨਹੀਂ ਕਰਾਉਂਦੇ ਮੈਨੂੰ ਲੱਗਦਾ, ਜਿੱਥੋਂ ਤੱਕ ਪਤਾ ਮੈਨੂੰ। ਤੇ ਪਹਿਲਾਂ ਜਿੱਦਾਂ ਉਹ ਵਿਸਾਖੀ ਦੇ ਵਿਸਾਖੀ ਦਰਸ਼ਨ ਕਰਾਉਂਦੇ ਹੁੰਦੇ ਸੀ। ਜਿਸ ਸਿਆਹੀ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਲਿਖੀ ਗਈ, ਉਦੋਂ ਉਸ ਸਿਆਹੀ ਦੀ ਵਿਧੀ ਮੈਨੂੰ ਲੰਡਨ ਵਿੱਚੋਂ ਇੱਕ ਵਾਰੀ ਪ੍ਰਾਪਤ ਹੋਈ ਸੀ, ਮਿਊਜ਼ੀਅਮ ਦੇ ਵਿੱਚੋਂ। ਉਹ ਵੀ ਬਾਹਰ ਨਹੀਂ, ਉਹਨਾਂ ਨੇ ਮਤਲਬ ਵੀ ਉਹ ਆਮ ਦੁਨੀਆ ਦੇ ਵੇਖਣ ਵਾਸਤੇ ਨਹੀਂ, ਉੱਥੇ ਜਿਹੜਾ ਲੰਡਨ ਦੇ ਵਿੱਚ ਇੱਕ ਮਿਊਜ਼ੀਅਮ ਹੈ, ਉਹਦੇ ਵਿੱਚ ਸਾਡੇ ਸਿੱਖ ਰਾਜ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਤੇ ਉੱਥੇ ਆਪਣੇ ਇੱਕ ਸਿੰਘ ਸੀਗੇ ਗੁਰਮੁਖ, ਜਿਹੜੇ ਉੱਥੋਂ ਦੇ ਨੌਜਵਾਨ ਸੀ, ਉਹ ਉੱਥੇ ਜੌਬ ਕਰਦੇ ਸੀ ਮਿਊਜ਼ੀਅਮ ਦੇ ਅੰਦਰ, ਤੇ ਚੰਗੇ ਅਹੁਦੇ ਤੇ ਹੀ ਜੌਬ ਕਰਦੇ। ਉਹਨਾਂ ਦੇ ਕੋਲ ਚੰਗੀ, ਜਿੱਦਾਂ ਉਹਨਾਂ ਦਾ ਅਹੁਦਾ ਚੰਗਾ ਸੀ, ਕਿਉਂਕਿ ਮੈਨੂੰ ਉਹਨਾਂ ਦੇ ਗੱਲਬਾਤ ਤੋਂ ਪਤਾ ਲੱਗਾ, ਇਹ ਤਾਂ ਨਹੀਂ ਮਤਲਬ ਵੀ ਮੈਨੂੰ ਪਤਾ ਸੀ ਕੀ ਅਹੁਦਾ ਹੋਊਗਾ, ਪਰ ਉਹਨਾਂ ਦੀ ਕਾਫੀ ਉੱਥੇ ਜਿਹੜੀ ਸੀ ਉਹ ਮਤਲਬ ਵੀ ਗੱਲਬਾਤ ਸੀਗੀ ਉਹਨਾਂ ਦੀ ਚੱਲਦੀ ਸੀ, ਮਤਲਬ ਕਹਿਣ ਤੋਂ ਭਾਵ। ਉਹਨਾਂ ਨੇ ਫਿਰ ਮੈਨੂੰ ਇੱਕ ਦਸਤਾਵੇਜ਼ ਦਾ ਦਰਸ਼ਨ ਕਰਾਇਆ ਸੀ, ਜਿਹਦੇ ਉੱਤੇ ਸਿਆਹੀ ਦੀ ਵਿਧੀ ਲਿਖੀ ਹੋਈ ਸੀ, ਤੇ ਨਾਲ ਵੇਰਵਾ ਸੀ ਕਿ ਦਮਦਮਾ ਸਾਹਿਬ ਦੇ ਅੰਦਰ ਜਦੋਂ ਗੁਰੂ ਸਾਹਿਬ ਜੀ ਦਾ ਸਰੂਪ ਲਿਖਿਆ ਗਿਆ, ਇਹ ਸਿਆਹੀ ਦੀ ਵਿਧੀ ਉਹ ਆ। ਉਹਦੇ ਵਿੱਚ ਉਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਆ ਵੀ ਜੇ ਇਹ ਸਿਆਹੀ ਅੱਜ ਤਿਆਰ ਕਰਨੀ ਹੋਵੇ ਤੇ ਤਕਰੀਬਨ ਕਈ ਲੱਖ ਪਾਉਂਡ ਲੱਗ ਜਾਣਗੇ ਇਹਦੇ ਤਿਆਰ ਕਰਨ ਵਾਸਤੇ। ਤੇ ਉਸ ਸਮੇਂ 'ਚ ਮਹਾਰਾਜ ਸਾਹਿਬ ਜੀ ਨੇ ਉਹ ਸਿਆਹੀ ਤਿਆਰ ਕਰਵਾਈ, ਜਿਹਦੇ 'ਚ ਸੋਨਾ ਭਸਮਾਦ ਪੈਂਦੀ ਸੀਗੀ, ਤੇ ਉਹਦੀ ਵਿਧੀ ਜਿਹੜੀ ਆ ਪੂਰੀ ਉਹ ਲਿਖੀ ਹੈਗੀ, ਪਰ ਏਦਾਂ ਉਹ ਬਾਹਰ ਜਿਹੜੀ ਆ ਉਹ ਨਹੀਂ ਸ਼ੋਅ ਕਰ ਸਕਦੇ। ਕਈ ਇਹੋ ਜਿਹੇ ਸਤਿਗੁਰਾਂ ਜੀ ਦੇ ਹੱਥ ਲਿਖਤ ਸਰੂਪ ਹੈਗੇ ਆ, ਜਿਨ੍ਹਾਂ ਦੇ ਅਖੀਰ 'ਚ ਸਿਆਹੀ ਦੀਆਂ ਵਿਧੀਆਂ ਲਿਖੀਆਂ ਹੈਗੀਆਂ, ਤੇ ਉਹ ਪੁਰਾਤਨ ਸਾਰਾ ਕੁਛ ਮਿਲ ਜਾਂਦਾ ਅਜੇ ਵੀ, ਪਰ ਉਹ ਸਿਆਹੀ ਦੀ ਵਿਧੀ ਬਹੁਤ ਡਿਫਰੈਂਟ ਸੀਗੀ। ਤੇ ਇਹ ਸੇਵਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਹਿੱਸੇ ਆਈ ਹੈ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜਾ ਹੈ ਪਹਿਲਾ ਪੈਰ, ਇਹ ਸੱਚੇ ਪਾਤਸ਼ਾਹ ਜੀ ਆਪਣੇ
ਸ੍ਰੀ ਮੁਖ ਤੋਂ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਸੀ ਫਿਰ। ਤੇ ਜਦੋਂ ਮਹਾਰਾਜ ਸਾਹਿਬ ਜੀ ਬਾਣੀ ਉਚਾਰਨ ਕਰਦੇ ਸੀ, ਚੌਂਕੜਾ ਲਾ ਕੇ ਮਹਾਰਾਜ ਬਾਣੀ ਨਹੀਂ ਉਚਾਰਦੇ ਸੀ। ਵੀਰ ਆਸਣ ਲਾ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਣੀ ਉਚਾਰਨ ਕੀਤੀ ਸੱਚੇ ਪਾਤਸ਼ਾਹ ਨੇ। ਤੇ ਫਿਰ ਦੂਸਰੇ ਪੈਰ ਸੱਚੇ ਪਾਤਸ਼ਾਹ ਜੀ ਮਹਾਰਾਜ, ਦੂਸਰਾ ਪੈਰ ਤਾਂ ਓਦਾਂ ਬਣਨ ਨੂੰ ਤੇ ਜਿੱਦਾਂ ਜਿਹੜਾ ਹੈ 3 ਘੰਟੇ ਦਾ ਇੱਕ ਪੈਰ ਮੰਨਦੇ ਆ, ਪਰ ਜਿਹੜਾ ਦੂਸਰਾ ਪੈਰ ਹੁੰਦਾ, ਜੇ ਉਸ ਤਰ੍ਹਾਂ ਕਹਿਣਾ ਹੋਵੇ ਤੇ ਉਹ ਦੁਪਹਿਰ ਢਲਦੇ ਤੱਕ, ਭਾਵ ਸ਼ਾਮ ਦੇ ਵਕਤ, ਸ਼ਾਮਾਂ ਪੈਣ ਤੋਂ ਪਹਿਲਾਂ, ਜਿਹੜਾ ਹੈ ਸੋਦਰ ਦੇ ਚੌਂਕੀ ਤੋਂ ਪਹਿਲਾਂ। ਤੇ ਫਿਰ ਸਤਿਗੁਰੂ ਜੀ ਕਥਾ ਕਰਦੇ ਹੁੰਦੇ ਸੀ। ਜਿੰਨੀ ਬਾਣੀ ਉਚਾਰ ਲੈਂਦੇ ਸੀ, ਉਨੀ ਬਾਣੀ ਦੇ ਅਰਥ ਮਹਾਰਾਜ ਸਾਹਿਬ ਜੀ ਸਿੰਘਾਂ ਨੂੰ ਪੜ੍ਹਾਉਂਦੇ ਹੁੰਦੇ ਸੀ। ਤੇ ਉਸ ਬਾਣੀ ਦਾ ਪਾਠ ਭਾਈ ਮਨੀ ਸਿੰਘ ਸਾਹਿਬ ਜੀ ਕਰਦੇ ਸੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਅਰਥ ਕਰਦੇ ਸੀ। ਤੇ ਇਉਂ ਸਤਿਗੁਰਾਂ ਜੀ ਨੇ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਸਤਿਗੁਰੂ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ। ਤੇ ਫਿਰ ਦੂਸਰੇ ਪੈਰ ਸਤਿਗੁਰੂ ਜੀ ਨੇ ਉਸੇ ਹੀ ਬਾਣੀ ਦੇ ਸੱਚੇ ਪਾਤਸ਼ਾਹ ਨੇ ਆਪਣੇ ਸ਼੍ਰੀ ਕੰਠ ਤੋਂ ਹੀ ਅਰਥ ਕੀਤੇ। ਤੇ ਉਹ 48 ਸਿੰਘਾਂ ਨੇ ਸਤਿਗੁਰੂ ਜੀ ਦੇ ਸ਼੍ਰੀ ਮੁਖ ਤੋਂ ਗੁਰਬਾਣੀ ਦੇ ਅਰਥ ਸੁਣੇ। ਤੇ ਉਹਨਾਂ ਦੇ ਨਾਮ ਦਮਦਮਾ ਸਾਹਿਬ ਆਪ ਦਰਸ਼ਨ ਕਰਨ ਜਾਓਗੇ ਤੇ ਬੋਰਡ ਦੇ ਉੱਤੇ ਲਿਖੇ ਹੈਗੇ ਆ ਉਹਨਾਂ 48 ਸਿੰਘਾਂ ਦੇ। ਤੇ ਉਹਨਾਂ ਨੂੰ ਕਥਾ ਦੀ ਜਿਹੜੀ ਮਹਿਮਾ ਹੈ ਉਹ ਕਿੱਡੀ ਵੱਡੀ ਹੈ। ਗੁਰੂ ਸਾਹਿਬ ਜੀ ਦੇ ਮੁਖ ਤੋਂ ਗੁਰਬਾਣੀ ਦੇ ਅਰਥ ਸੁਣਨ ਕਰਕੇ ਉਹਨਾਂ ਨੂੰ ਬਦੇ ਮੁਕਤੀ ਦੀ ਦਾਤ ਪ੍ਰਾਪਤ ਹੋਈ ਸੀ। ਬਦੇ ਮੁਕਤ ਸਣ ਦੇਹ ਸੱਚਖੰਡ, ਭਾਵ ਜਿਹੜੀ ਦੇਹ ਹੈ ਨਾ, 5 ਤੱਤਾਂ ਦੀ ਬਣੀ, ਇਹਨੂੰ ਅੱਗ ਦੇ ਸਪੁਰਦ ਕਰਨ ਤੋਂ ਬਿਨਾਂ ਹੀ ਤੱਤਾਂ 'ਚ ਤੱਤ ਰਲ ਕੇ ਤੇ ਦੇਹ ਦੇ ਵਜੂਦ ਨੂੰ, ਜਿਹੜਾ ਦੇਹ ਸਾਨੂੰ ਵਜੂਦ ਦਿਸਦਾ ਕੇਵਲ ਅੱਖਾਂ ਨਾਲ, ਜਿੱਥੇ ਸਾਡੀ ਨਿਗਾਹ ਠਹਿਰਦੀ ਹੈ ਤੇ ਨਿਗਾਹ ਜਿੱਥੋਂ ਪੈ ਕੇ ਮੁੜਦੀ ਹੈ ਵਾਪਸ, ਤੇ ਉਹ ਸਾਨੂੰ ਦਿਖਾਈ ਦਿੰਦੀ ਹੈ ਉਹ ਚੀਜ਼। ਤੇ ਜੇ ਸਾਡੀ ਨਿਗਾਹ ਵਾਪਸ ਨਾ ਮੁੜੇ ਤੇ ਉਹ ਚੀਜ਼ ਸਾਨੂੰ ਦਿਖਾਈ ਨਹੀਂ ਦਿੰਦੀ। ਪਰ ਇਹੋ ਜਿਹੀਆਂ ਸੂਖਮ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਵੀ ਅੱਖਾਂ ਨਾਲ ਨਹੀਂ ਦਿਖਦੀਆਂ। ਇਸ ਤਰ੍ਹਾਂ ਹੀ ਸਾਡੀ ਜਿਹੜੀ ਇਹ ਦੇਹ ਹੈ ਨਾ, 5 ਤੱਤਾਂ ਦੀ ਸਥੂਲ ਦੇਹ ਹੈ, ਇਹਦਾ ਰੂਪ ਜਿਹੜਾ ਹੈ ਉਹ ਬਦਲ ਜਾਂਦਾ, ਕਿਉਂਕਿ ਪ੍ਰਕਾਸ਼ ਸਰੂਪ ਹੈ। ਤੇ ਜਦੋਂ ਇਹ ਤੱਤਾਂ 'ਚ ਤੱਤ ਰਲ ਜਾਂਦੇ ਆ, ਇਹ ਵਿਧੀ ਮਤਲਬ ਵੀ ਹਰੇਕ ਕੋਲ ਏਦਾਂ ਨਹੀਂ ਆਉਂਦੀ, ਭਾਵੇਂ ਕਿੱਡੇ ਪਿਛਲਿਆਂ ਯੁੱਗਾਂ 'ਚ ਕਈ 1-2 ਰਿਸ਼ੀਆਂ ਦਾ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ, ਜਿਹੜੇ ਇਸ ਅਵਸਥਾ ਨੂੰ ਪ੍ਰਾਪਤ ਸੀਗੇ ਕਿ ਉਹ ਆਪਣੀ ਦੇਹ ਨੂੰ ਤੱਤਾਂ 'ਚ ਪਹਿਲੋਂ ਤੱਤ ਰਲਾ ਸਕਦੇ ਸੀਗੇ। ਪਰ ਇਹ ਬਹੁਤ ਦੁਸਤਰ ਬਾਤ ਹੁੰਦੀ ਹੈ। ਜਿੱਦਾਂ ਇਹ ਅਖੀਰਲੀ ਅਵਸਥਾ ਲਾ ਲਓ, ਜਿੱਦਾਂ ਭੂਮਿਕਾਵਾਂ ਮੰਨੀਆਂ ਜਾਂਦੀਆਂ ਨਾ, ਤੇ ਉਹਨਾਂ ਵਿੱਚੋਂ 7ਵੀਂ ਭੂਮਿਕਾ ਫਿਰ ਵਾਹਿਗੁਰੂ ਵਿੱਚ ਅਭੇਦ ਹੋ ਜਾਣ ਦੀ। ਤੇ ਇਹ ਦਾਤ ਜਦੋਂ ਸਤਿਗੁਰੂ ਜੀ ਦੇ ਸ਼੍ਰੀ ਕੰਠ ਤੋਂ ਕਥਾ ਸੁਣਨ ਕਰਕੇ ਪ੍ਰਾਪਤ ਹੋਈ, ਤੇ ਇਹਦੇ ਤੇ ਹੀ ਜੇ ਮੈਂ ਕਹਾਂ ਤੇ ਫਿਰ ਵਿਸਥਾਰ ਜ਼ਿਆਦਾ ਹੋਊਗਾ। ਭਾਵ ਕਹਿਣ ਤੋਂ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਗੁਰਬਾਣੀ ਦੀਆਂ ਪੰਕਤੀਆਂ ਜਿਸ ਅਵਸਥਾ ਨੂੰ ਪ੍ਰਗਟ ਕਰਦੀਆਂ, ਉਹ ਅਵਸਥਾ ਦੇ ਉਹ ਮਾਲਕ ਹੋਏ ਤੇ ਸਾਰੇ ਸਣਦੇ ਹੀ ਫਿਰ ਸੱਚਖੰਡ ਚਲੇ ਗਏ ਸੀ। ਕਿਉਂਕਿ ਜਿਹੜਾ ਘੜਾ ਹੁੰਦਾ ਨਾ, ਉਹ ਪਾਣੀ ਵਿੱਚ ਮਿੱਟੀ ਗਿੱਲੀ ਕਰਕੇ ਗੁੰਨ ਕੇ ਉਹਦਾ ਵਜੂਦ ਘੜੇ ਦੇ ਰੂਪ ਵਿੱਚ ਆਉਂਦਾ ਨਾ, ਤੇ ਜੇ ਉਹਦੀ ਸੱਚਾਈ ਵੇਖੀਏ, ਘੜਾ ਤੇ ਉਹਦਾ ਨਾਂ ਹੀ ਰੱਖ ਲਿਆ ਨਾ, ਉਹਦੀ ਸੱਚਾਈ ਤੇ ਮਿੱਟੀ ਹੈ। ਇਸ ਤਰ੍ਹਾਂ ਦੇਹ ਸਰੀਰਾਂ ਦੇ ਨਾਂ ਹੀ ਰੱਖ ਲਏ ਆ, ਤੇ ਸਰੀਰ ਦੀ ਸੱਚਾਈ ਤਾਂ ਪਰਮੇਸ਼ਰ ਹੀ ਆ, ਵਾਹਿਗੁਰੂ ਹੈ, ਜਿਹੜੀ ਜੋਤ ਕਰਕੇ ਸਾਰਾ ਕੁਝ ਪ੍ਰਕਾਸ਼ਮਾਨ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਤੇ ਜਦੋਂ ਭਾਈ ਮਨੀ ਸਿੰਘ ਸਾਹਿਬ ਤੇ ਭਾਈ ਆਪਣਾ ਬਾਬਾ ਦੀਪ ਸਿੰਘ ਸਾਹਿਬ ਜੀ, ਜਦੋਂ ਇਹ ਆਪਣਾ ਜਿਹੜਾ ਸੀ ਸੱਚਖੰਡ ਅਭੇਦ ਹੋਣ ਲੱਗੇ, ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਆਗਿਆ ਕੀਤੀ ਕਿ ਤੁਹਾਡੇ ਸਰੀਰ ਕੋਲੋਂ ਅਸੀਂ ਅਜੇ ਸੇਵਾ ਹੋਰ ਲੈਣੀ ਹੈ। ਤੇ ਫਿਰ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਮਹਾਰਾਜ ਨੇ ਜਿਹੜੇ ਸੀ, ਇਹ ਸਤਿਗੁਰਾਂ ਜੀ ਨੇ ਬਚਨ ਕਹੇ ਕਿ ਭਾਈ ਮਨੀ ਸਿੰਘ, ਸਮਾਂ ਇਹੋ ਜਿਹਾ ਆਵੇਗਾ, ਧਰਮ ਦੀ ਰੱਖਿਆ ਵਾਸਤੇ ਤੇਰੇ ਸਰੀਰ ਦਾ ਬੰਦ ਕੱਟਿਆ ਜਾਵੇਗਾ, ਤੇ ਤੇਰੇ ਪਰ ਆਨੰਦ 'ਚ ਰਸ 'ਚ ਫਰਕ ਨਹੀਂ ਪਵੇਗਾ, ਤੇ ਧਰਮ ਦੀ ਰਾਖੀ ਵਾਸਤੇ ਤੁਸੀਂ ਸ਼ਹਾਦਤ ਪ੍ਰਾਪਤ ਕਰਨੀ ਹੈ। ਤੇ ਇਹ ਜਿੰਨਾ ਚਿਰ ਜੀਵਨ ਹੈ ਉਹਨਾਂ ਚਿਰ ਤੁਸੀਂ ਬ੍ਰਹਮ ਵਿਦਿਆ ਵੰਡਣੀ ਹੈ। ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮਹਾਰਾਜ ਨੇ ਆਗਿਆ ਕੀਤੀ ਕਿ ਇਹ ਜਿਹੜਾ ਧਰਮ ਦੀ ਕਮਾਈ ਕਰਦੇ ਆ, ਇਹੋ ਜਿਹਾ ਸਮਾਂ ਆਵੇਗਾ ਜਦੋਂ ਧਰਮ ਨੂੰ ਨਸ਼ਟ ਕਰਦੇ ਹੋਣਗੇ ਜ਼ਾਲਮ, ਤੇ ਤੁਹਾਨੂੰ ਯੁੱਧ ਕਰਨਾ ਪਵੇਗਾ, ਤੇ ਸ਼ੀਸ਼ ਜਿਹੜਾ ਹੈ ਤੁਹਾਡਾ ਭਾਵੇਂ ਧੜ ਨਾਲੋਂ ਵੱਖ ਹੋ ਜੇ, ਪਰ ਤੁਹਾਡੇ ਆਨੰਦ ਤੇ ਰਸ 'ਚ ਫਰਕ ਨਹੀਂ ਪਵੇਗਾ। ਤੇ ਇਹ ਸਤਿਗੁਰੂ ਜੀ ਨੇ ਆਗਿਆ ਕੀਤੀ।
ਤੇ ਫਿਰ ਜਿਹੜਾ ਹੈ ਨੰਦੇੜ ਸਾਹਿਬ ਦੀ ਧਰਤੀ ਤੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਮਹਾਰਾਜ ਨੇ ਤੋਰਨਾ ਆਖਿਆ। ਭਾਈ ਮਨੀ ਸਿੰਘ ਸਾਹਿਬ ਨੂੰ ਹਰਿਮੰਦਰ ਸਾਹਿਬ ਭੇਜਿਆ। ਇੱਥੋਂ ਦੇ ਹੈਡ ਗ੍ਰੰਥੀ ਵਜੋਂ ਸੇਵਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਨਿਭਾਈ ਆ ਤੇ ਨਾਲ ਭਾਈ ਮਨੀ ਸਿੰਘ ਸਾਹਿਬ ਨੇ ਉਦੋਂ ਬਹੁਤ ਸਾਰੇ ਫਿਰ ਹੱਥ ਲਿਖਤ ਗ੍ਰੰਥ ਜਿਹੜੇ ਸੀ ਉਹ ਲਿਖੇ। ਗ੍ਰੰਥਾਂ ਨੂੰ ਹੋਂਦ ਵਿੱਚ ਲਿਆਂਦਾ, ਗੁਰੂ ਸਾਹਿਬ ਦੀ ਬਾਣੀ ਇਕੱਤਰ ਕੀਤੀ ਤੇ ਨਾਲ ਗੁਰਬਾਣੀ ਦੀ ਵਿੱਦਿਆ ਪੜ੍ਹਾਈ ਬਹੁਤ ਜ਼ਿਆਦਾ। ਗੁਰਬਾਣੀ ਦੇ ਅਰਥ ਬੋਧ ਜਿਹੜੇ ਸੀ ਆਪਣੇ ਪੰਥ ਵਿੱਚ ਵੰਡੇ। ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਆਗਿਆ ਕੀਤੀ ਸੀ ਦਮਦਮਾ ਸਾਹਿਬ ਜਾ ਕੇ ਵਿੱਦਿਆ ਪੜ੍ਹਾਉਣ ਦੀ ਤੇ ਬਾਬਾ ਜੀ ਨੇ ਇੱਥੇ ਰਹਿ ਕੇ 5 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥੀਂ ਲਿਖੇ ਸੀਗੇ। ਤੇ ਉਹ ਜਦੋਂ ਤੁਸੀਂ ਦਮਦਮਾ ਸਾਹਿਬ ਜਾਂਦੇ ਆ ਨਾ ਤਾਂ ਬਾਬਾ ਜੀ ਦਾ ਸਥਾਨ ਹੈ ਇੱਕ, ਉਹ ਜਦੋਂ ਭੋਰਾ ਸਾਹਿਬ 'ਚ ਜਾਈਏ ਤੇ ਇੱਕ ਜਿਹੜੀ ਚਾਟੀ ਕੰਧ ਵਿੱਚ ਹੀ ਚਿਣੀਆਂ ਹੋਈਆਂ ਉਹ ਘੜੇ, ਤੇ ਉਹਨਾਂ ਦੇ ਵਿੱਚ ਇੱਕ 'ਚ ਬਾਬਾ ਜੀ ਜਲ ਰੱਖਦੇ ਸੀ, ਇੱਕ 'ਚ ਕਾਲੇ ਛੋਲੇ ਰੱਖਦੇ ਹੁੰਦੇ ਸੀ। ਤੇ ਜਦੋਂ ਪਾਣੀ ਥੋੜਾ ਘਟਣ ਲੱਗਦਾ ਸੀ ਉਹਦੇ 'ਚ ਪਾਣੀ ਪਾ ਦਿੰਦੇ ਸੀ ਤੇ ਉਹ ਜਿਹੜੇ ਸੀ ਭਿੱਜੇ ਛੋਲੇ ਛਕ ਕੇ ਹੀ ਬਾਬਾ ਜੀ ਨੇ ਇੰਨਾ ਜ਼ਿਆਦਾ ਜਿਹੜਾ ਸੀ ਬ੍ਰਹਮ ਵਿੱਦਿਆ ਦਾ ਪਸਾਰਾ ਕੀਤਾ ਤੇ ਸਾਰਾ ਜਿਹੜਾ ਸੀ ਵਿੱਦਿਆ ਦਾ, ਬ੍ਰਹਮ ਵਿੱਦਿਆ ਦਾ ਪੜ੍ਹਾਉਣਾ ਤੇ ਗੁਰੂ ਸਾਹਿਬ ਜੀ ਦੇ ਬਾਣੀ ਦੇ ਸਰੂਪ ਲਿਖਣੇ। ਇਹ ਜਿਹੜਾ ਹੈ ਅਰਥਾਂ ਦੀ ਪ੍ਰਣਾਲੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੱਗੇ ਚਲਾਇਆ। ਫਿਰ ਉਹ ਸੀਨੇ ਬਸੀਨੇ ਜਿਹੜੀ ਅਰਥਾਂ ਦੀ ਪ੍ਰਣਾਲੀ ਇਵੇਂ ਚੱਲਦੀ ਰਹੀ, ਕਿਉਂਕਿ ਜਿਹੜੀ ਕਥਾ ਹੈ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਕਥਾ ਕਰਦੇ ਸੀ ਦਮਦਮਾ ਸਾਹਿਬ। ਇੱਧਰ ਭਾਈ ਮਨੀ ਸਿੰਘ ਸਾਹਿਬ ਹਵਾਲੇ ਇਹ ਮਿਲਦੇ ਆ ਪੁਰਾਤਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕਥਾ ਹੁੰਦੀ ਸੀਗੀ। ਹੁਣ ਨਾ ਕਥਾ ਨਹੀਂ ਹੁੰਦੀ, ਕਿਉਂਕਿ ਕਥਾ ਦਾ ਰੂਪ ਹੀ ਕਈ ਤਰ੍ਹਾਂ ਦਾ ਬਣਾ ਲਿਆ। ਜਿਸ ਤਰ੍ਹਾਂ ਦੇ ਬੰਦੇ ਦੀ ਆਪਣੀ ਅਵਸਥਾ ਹੁੰਦੀ ਹੈ ਉਸ ਤਰ੍ਹਾਂ ਦਾ ਆਪਣੇ ਬੋਲਾਂ ਨੂੰ ਉਹਦਾ ਰੂਪ ਰੇਖਾ ਮਿਲ ਜਾਂਦੀ ਹੈ, ਕਿਉਂਕਿ ਮਹਾਰਾਜ ਨੇ ਬਾਣੀ 'ਚ ਕਿਹਾ ਭਾਂਡੇ ਵਿੱਚ ਜਿਹੜੀ ਵਸਤੂ ਹੋਵੇ ਉਹ ਹੀ ਨਿਕਲਦੀ ਹੈ, ਦੂਸਰੀ ਵਸਤੂ ਨਹੀਂ ਨਿਕਲ ਸਕਦੀ। ਪਰ ਗੁਰਬਾਣੀ ਕੀਰਤਨ ਦੇ ਉੱਤੇ ਕੋਈ ਕੁਛ ਨਹੀਂ ਕਰ ਸਕਦਾ, ਕਿਉਂਕਿ ਜੇ ਨਹੀਂ ਉਹਦੀ ਅਵਸਥਾ ਹੋਊਗੀ, ਨਹੀਂ ਉਹਦੇ ਮਨ ਦਾ ਪ੍ਰੇਮ ਹੋਊਗਾ, ਇਹ ਆ ਵੀ ਸੁਣਨ ਵਾਲੇ ਤੇ ਅਸਰ ਪ੍ਰੇਮ ਦਾ ਨਹੀਂ ਪਵੇਗਾ, ਪਰ ਆਪਣਾ ਕੋਈ ਬੁਰਾ ਪ੍ਰਭਾਵ ਨਹੀਂ ਉਹ ਛੱਡ ਸਕਦਾ। ਪਰ ਕਥਾ ਵਿੱਚ ਇਹ ਹੈ ਕਿ ਜੇ ਮਤਲਬ ਵੀ ਉਹਦਾ ਅੰਦਰ ਨਾਸਤਿਕਪੁਣਾ ਹੋਇਆ, ਉਹਦੇ ਅੰਦਰ ਜਿਹੜੀ ਆ ਉਹ ਪ੍ਰੀਤ ਦੀ ਜਿਹੜੀ ਆ ਉਹ ਰੀਤ ਨਾ ਹੋਈ, ਮਨ ਨਹੀਂ ਭਿੱਜਿਆ, ਆਪ ਬਾਣੀ ਦਾ ਨਿਤਨੇਮ ਨਹੀਂ ਹੈ, ਅੰਮ੍ਰਿਤ ਵੇਲੇ ਉੱਠਣ ਦਾ ਨਿਯਮ ਨਹੀਂ ਹੈ ਤੇ ਸੇਵਾ ਆਪ ਹੱਥੀਂ ਨਹੀਂ ਕੀਤੀ ਤੇ ਬਸ 4 ਕਿਤਾਬਾਂ ਪੜ੍ਹ ਲਈਆਂ ਵਾ ਤੇ ਉਹਦੇ ਪੜ੍ਹਨ ਨਾਲ ਹੀ ਜਿਹੜਾ ਹੈ ਜਾਂ ਕਿਤੋਂ ਡਿਗਰੀ ਲੈ ਲਈ ਆ ਤੇ ਆਪਾਂ ਸਮਝ ਲਈਏ ਵੀ ਬਹੁਤ ਵੱਡੇ ਵਿਦਵਾਨ ਆ, ਸਾਨੂੰ ਸੇਵਾ ਕਰਨ ਦੀ ਕੀ ਲੋੜ ਆ, ਅਸੀਂ ਤੇ ਦੂਜਿਆਂ ਨੂੰ ਦੱਸਣਾ ਹੀ ਆ ਵੀ ਸੇਵਾ ਕਰਿਆ ਕਰੋ। ਤੇ ਫਿਰ ਜਦੋਂ ਇਸ ਤਰ੍ਹਾਂ ਦੀ ਜਿਹੜੀ ਇਹ ਬਿਰਤੀ ਅਪਣਾਉਣ ਨਾਲ ਕੀ ਹੁੰਦਾ ਹੈ ਕਿ ਜਦੋਂ ਆਪਾਂ ਗੁਰਬਾਣੀ ਦੇ ਅਰਥ ਕਰਦੇ ਆ ਤੇ ਉਹ ਇੱਕ ਤਾਂ ਸਰੋਤੇ ਤੇ ਬਿਲਕੁਲ ਨਹੀਂ ਅਸਰ ਪੈਣਾ, ਕਿਉਂਕਿ ਗੁਰਬਾਣੀ ਦੇ ਅਰਥਾਂ ਦਾ ਬਿਲਕੁਲ ਬੋਧ ਹੀ ਨਹੀਂ ਹੈ। ਗੁਰਬਾਣੀ ਦੇ ਅਰਥਾਂ ਨੂੰ ਕਿਤਾਬਾਂ ਤੋਂ ਪੜ੍ਹ ਕੇ ਆਪਾਂ ਨਹੀਂ ਕੇਵਲ ਕਰ ਸਕਦੇ। ਗੁਰਬਾਣੀ ਦੇ ਅਰਥ ਤਾਂ ਜੇ ਦਿਲ ਦੇ ਨਾਲ ਇਹ ਬਾਣੀ ਜੋ ਜੀਉ ਜਾਣ ਤਿਸ ਅੰਤਰ ਰਵੈ ਹਰਨਾਮਾ, ਜਿਹੜਾ ਬਾਣੀ ਨੂੰ ਦਿਲ ਤੋਂ ਪਿਆਰ ਕਰਦਾ ਤੇ ਗੁਰਬਾਣੀ ਦੇ ਉਪਦੇਸ਼ ਮੁਤਾਬਕ ਆਪਣਾ ਜੀਵਨ ਜੀਂਦਾ। ਜੇ ਕੋਈ ਮੈਂ ਪਿਆਰ ਤੇ ਬਹੁਤ, ਮੈਂ ਕਿਹੜਾ ਪਿਆਰ ਘੱਟ ਕੌਣ ਮੰਨਣ ਨੂੰ ਤਿਆਰ ਹੈ, ਮੈਂ ਬਾਣੀ ਨਾਲ ਘੱਟ ਪਿਆਰ ਕਰਦਾ, ਸਾਨੂੰ ਮੇਰਾ ਬਹੁਤ ਪਿਆਰ ਹੈ। ਪਰ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਸਤਿਗੁਰੂ ਜੀ ਦਾ, ਜੇ ਉਹ ਹੀ ਨਹੀਂ ਕਮਾਉਂਦੇ ਤੇ ਫਿਰ ਪਿਆਰ ਤਾਂ ਸਾਡਾ ਉਹ ਕੇਵਲ ਉੱਪਰੋਂ ਕਹਿਣ ਨੂੰ ਹੀ ਹੈ ਨਾ। ਪਿਆਰ ਤੇ ਸੱਚਾ ਤਾਂ ਹੀ ਹੈ ਨਾ ਜੇ ਕਿ ਗੁਰੂ ਸਾਹਿਬ ਦਾ ਆਪਾਂ ਕਿਹਾ ਹੋਇਆ ਬਚਨ ਕਮਾ ਰਹੇ ਹਾਂ। ਹੁਣ ਪੁੱਤਰ ਜਿਹੜਾ ਉਹ ਪਿਤਾ ਦੇ ਕਹੇ ਹੋਏ ਬਚਨ ਨੂੰ ਤਾਂ ਕਮਾਵੇ ਨਾ, ਭਾਵ ਆਖੇ ਨਾ ਲੱਗੇ, ਤੇ ਓਦਾਂ ਕਹੇ ਬਾਪੂ ਤੇਰੇ ਨਾਲ ਮੇਰਾ ਬੜਾ ਪਿਆਰ ਹੈ, ਮੈਂ ਬੜਾ ਪ੍ਰੇਮ ਕਰਦਾ, ਤੇ ਉਹ ਪਿਤਾ ਉਹਦੇ ਨਾਲ ਪ੍ਰੇਮ ਕਰੂਗਾ? ਨਹੀਂ ਕਰ ਸਕਦਾ ਨਾ, ਕਿਉਂਕਿ ਬਚਨ ਕਮਾਉਣਾ ਭਾਵ ਬਚਨ ਮੰਨਣਾ ਇਹ ਸਭ ਤੋਂ ਵੱਡੀ ਪ੍ਰੀਤ ਦੀ ਨਿਸ਼ਾਨੀ ਹੈ। ਤੇ ਜੇ ਨਹੀਂ ਮੰਨਿਆ ਜਾਂਦਾ ਉਹਦੇ ਲਈ ਅਰਦਾਸ ਕਰੋ, ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨੀ। ਇਹ ਨਹੀਂ ਦਾਵਾ ਕਰਨਾ ਕਿ ਬਚਨ ਵੀ ਨਹੀਂ ਮੰਨਣਾ ਤੇ ਨਾਲੇ ਦਾਵਾ ਕਰਨਾ ਕਿ ਮੈਂ ਪੂਰਾ ਵਾਂ, ਮੈਂ ਸਹੀ ਹਾਂ, ਮੈਂ ਠੀਕ ਹਾਂ। ਇਹ ਬੇਮੁਖਤਾਈ ਵਾਲੀਆਂ ਗੱਲਾਂ ਹੁੰਦੀਆਂ। ਤੇ ਜਦੋਂ ਆਪਾਂ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਹਾਂ, ਮਹਾਰਾਜ ਆਪਦਾ ਬਚਨ ਨਹੀਂ ਸਾਡੇ ਕੋਲ ਮੰਨਿਆ ਜਾਂਦਾ, ਸੱਚੇ ਪਾਤਸ਼ਾਹ ਕਿਰਪਾ ਕਰੋ ਆਪਦੇ ਬਚਨ ਦੀ ਕਮਾਈ ਕਰ ਸਕੀਏ, ਫਿਰ ਗੁਰੂ ਸਾਹਿਬ ਬਲ ਦਿੰਦੇ ਆ, ਨਿਮਰਤਾ ਨਾਲ ਸਾਰੇ ਗੁਣ ਅੰਦਰ ਆਉਂਦੇ ਆ। ਇਸ ਤਰ੍ਹਾਂ ਜਦੋਂ ਆਪਾਂ ਗੁਰਬਾਣੀ ਦੇ ਅਰਥਾਂ ਨੂੰ ਪਿਆਰ ਨਾਲ ਪੜ੍ਹਦੇ ਹਾਂ ਜਾਂ ਸੁਣਦੇ ਹਾਂ
ਤਾਂ ਗੁਰਬਾਣੀ ਦੇ ਅਰਥ ਸਾਡੇ ਜੀਵਨ ਅੰਦਰ ਸਹਿਜ ਪੈਦਾ ਕਰ ਦਿੰਦੇ ਆ, ਸ਼ੁਭ ਗੁਣ ਪੈਦਾ ਕਰ ਦਿੰਦੇ ਆ। ਸ਼ੁਭ ਗੁਣਾਂ ਦੇ ਨਾਲ ਜੀਵਨ ਸੁਖਦਾਈ ਹੋ ਜਾਂਦਾ ਹੈ। ਜਿਹੜੀਆਂ ਚਿੰਤਾ ਦੇ ਸਹਿਤ, ਕਿਉਂਕਿ ਅੱਜ ਕੱਲ੍ਹ ਸੰਸਾਰ ਜਿਹੜਾ ਨਾ ਉਹ ਬਹੁਤ ਤੇਜ਼ ਆ। ਛਿਨ ਮਾਤਰ ਸਮੇਂ 'ਚ ਹੀ ਕਿਸੇ ਕੋਨੇ 'ਚ ਹੋਈ ਗੱਲ ਜਿਹੜੀ ਆ ਉਹ ਤੁਹਾਡਿਆਂ ਫੋਨਾਂ ਤੇ ਪਹੁੰਚ ਜਾਂਦੀ ਹੈ। ਅੱਜ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਹੈ ਜੀਵ ਦਾ ਫੋਨ ਹੀ। ਤੇ ਜੇ ਇਹਦੀ ਦਿਸ਼ਾ ਬਦਲ ਲਈ ਜਾਵੇ ਤੇ ਇਹ ਵੀ ਸ਼ਾਂਤੀ ਦਾ ਜਿਹੜਾ ਹੈ ਉਹ ਬਣ ਸਕਦਾ ਕਾਰਨ। ਜਿਵੇਂ ਤੁਸੀਂ ਸੰਗਤ ਕਰਦੇ ਆ ਤੇ ਹੋਰ ਵੀ ਬਹੁਤ ਚੀਜ਼ਾਂ, ਕਿਉਂਕਿ ਜਿਹੜਾ ਹੈ ਗੁਰਬਾਣੀ ਦੇ ਬਹੁਤ ਸਾਰੇ ਜਿਹੜੇ PDF ਗ੍ਰੰਥ ਨੇ ਜਾਂ ਹੋਰ ਕਈ ਚੀਜ਼ਾਂ ਸਾਨੂੰ ਵੀ ਹੁਣ ਮਤਲਬ ਇਹਨਾਂ ਦੀ ਆਦਤ ਪੈ ਗਈ ਹੈ ਫੋਨਾਂ ਦੀ। ਕਿਉਂਕਿ ਪਹਿਲਾਂ ਅਸੀਂ ਜਿਹੜਾ ਹੈ ਉਹ ਪੋਥੀਆਂ ਸਾਹਿਬ ਤੋਂ ਵਾਚ ਕੇ ਤੇ ਫਿਰ ਸਾਨੂੰ ਜਿਹੜੀਆਂ ਇਹ ਚੀਜ਼ਾਂ ਵੇਖਣੀਆਂ ਪੈਂਦੀਆਂ ਸੀਗੀਆਂ। ਜਦੋਂ ਬਾਹਰਲੇ ਦੇਸ਼ਾਂ 'ਚ ਵੀ ਵਿਚਰਨਾ ਹੁੰਦਾ ਸੀ ਤਾਂ ਅਸੀਂ ਫਿਰ ਜਦੋਂ ਕੋਈ ਚੀਜ਼ ਲੱਭਣੀ ਹੁੰਦੀ ਸੀ ਗੁਰਦੁਆਰੇ ਸਾਹਿਬ ਦੇ ਵਿੱਚ ਕੋਈ ਨਾ ਕੋਈ ਗ੍ਰੰਥ ਸਾਨੂੰ ਪੁੱਛਣਾ ਪੈਂਦਾ ਸੀ ਕਿ ਮਹਾਨ ਕੋਸ਼ ਹੈਗਾ ਜਾਂ ਗੁਰਪ੍ਰਤਾਪ ਸੂਰਜ ਗ੍ਰੰਥ ਹੈਗਾ, ਤੇ ਉਹ ਫਿਰ ਮੌਕੇ ਤੇ ਜੇ ਹੋਵੇ ਤਾਂ ਫਿਰ ਉਹਨਾਂ ਚੋਂ ਲੱਭਣੀਆਂ ਪੈਂਦੀਆਂ। ਹੁਣ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਤੇ ਤੁਸੀਂ ਕਿਸੇ ਜਿੱਦਾਂ ਹੁਣ ਤੁਹਾਨੂੰ ਮੈਂ ਇੱਕ ਤੁਹਾਡੀ ਸੁਵਿਧਾ ਵਾਸਤੇ ਦੱਸ ਦਿੰਦਾ। ਈਸ਼ਰ ਮਾਈਕਰੋ ਮੀਡੀਆ ਜਿਹੜੇ ਉਹ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਨੇ, ਉਹਨਾਂ ਨੇ ਉਹ ਐਪ ਬਣਾਈ ਹੈ। ਉਹਦੇ ਤੇ ਜਿਹੜਾ ਹੈ ਜਿੱਥੇ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਅਰਥ ਨੇ ਜਿੱਦਾਂ ਬਾਣੀ ਦੇ, ਤਾਂ ਉਹ ਮਹਾਨ ਕੋਸ਼ ਵੀ ਉਹਨਾਂ ਨੇ ਉਹਦੇ ਤੇ ਪਾਇਆ। ਤੁਸੀਂ ਪੰਜਾਬੀ ਦਾ ਕੋਈ ਵਰਡ ਆਪਣੇ ਮਨ 'ਚ ਸੋਚੋ, ਗੁਰਬਾਣੀ ਦਾ ਵੀ ਸ਼ਬਦ ਜਿਹੜਾ ਵੀ ਤੁਸੀਂ ਪਾਓਗੇ ਨਾ ਤੇ ਉਹਦੇ ਤੁਹਾਨੂੰ ਉਹਨਾਂ ਨੇ ਕਈ ਪਹਿਲੂਆਂ ਤੋਂ ਅਰਥ ਜਿਹੜੇ ਆ ਭਾਈ ਕਾਹਨ ਸਿੰਘ ਜੀ ਨਾਭਾ ਨੇ ਕੀਤੇ ਤੁਹਾਡੇ ਸਾਹਮਣੇ ਆ ਜਾਣੇ। ਪਰ ਇਹ ਹੈ ਵੀ ਉਹ ਵਿਦਵਾਨਾਂ ਵਾਸਤੇ ਆ, ਕਿਉਂਕਿ ਉਹਨੂੰ ਕਿੱਥੇ ਕਿਹੜੇ ਭਾਵ ਨਾਲ ਲੈਣਾ ਵਾ ਉਹ ਉਹਦੇ ਵਿੱਚੋਂ ਉਹਨਾਂ ਕੋ ਸਾਨੂੰ ਚੁੱਕਣਾ ਪੈਂਦਾ ਫਿਰ। ਤੇ ਜੇ ਤੁਸੀਂ ਜਿੱਦਾਂ ਪਹਿਲੋਂ ਬੋਧ ਨਹੀਂ ਜਿੱਦਾਂ ਅਰਥ ਦਾ ਜਿਹੜਾ ਮੂਲ ਭਾਵ ਹੈ ਸ਼ਬਦ ਦਾ ਮੁੱਢਲਾ ਅਰਥ ਵਾ, ਜੇ ਉਹਨੂੰ ਨਹੀਂ ਤੁਸੀਂ ਸਮਝਿਆ ਤਾਂ ਫਿਰ ਸ਼ਾਇਦ ਉਹਦਾ ਤੁਸੀਂ ਭੁਲੇਖਾ ਖਾ ਸਕਦੇ ਆ। ਤੋ ਜਿਹੜਾ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਤਾਂ ਉਹ ਸਭ ਤੋਂ ਪਹਿਲਾਂ ਇਹ ਹੈ ਕਿ ਕਿਉਂਕਿ ਸਾਰੀ ਬਾਣੀ ਮਹਾਰਾਜ ਨੇ ਪ੍ਰਕਰਨ ਮੁਤਾਬਕ ਉਚਾਰਨ ਕੀਤੀ ਹੈ। ਜਿਵੇਂ ਮੈਂ ਤੁਹਾਨੂੰ ਉਹਦੇ ਤੇ ਪ੍ਰਮਾਣ ਦਿੰਦਾ, ਜਿਹੜੇ ਗੁਰਮੁਖ ਸਹਿਜ ਪਾਠ ਕਰਦੇ ਆ ਨਾ, ਬਾਣੀ ਪੜ੍ਹਦੇ ਆ ਰੋਜ਼ ਸਹਿਜ ਪਾਠ ਕਰਦੇ ਆ ਤੇ ਨਾ ਬੋਧ ਹੋਣ ਕਰਕੇ ਕਈ ਵਾਰੀ ਭੁਲੇਖਾ ਖਾ ਜਾਂਦੇ ਆ। ਜਿਵੇਂ ਇੱਕ ਭਾਈ ਰਘਬੀਰ ਸਿੰਘ ਜੀ ਵੀਰ ਹੋਏ ਆ, ਸ਼ਾਇਦ ਤੁਸੀਂ ਜਿਹੜੇ ਗੁਰਬਾਣੀ ਦੇ ਪ੍ਰੇਮੀ ਆ ਉਹਨਾਂ ਨੂੰ ਜ਼ਰੂਰ ਜਾਣਦੇ ਆ। ਉਹਨਾਂ ਨੇ ਕਈ ਪੁਸਤਕਾਂ ਲਿਖੀਆਂ, ਜਿਵੇਂ ਮੇਰਾ ਖਿਆਲ ਆਤਮਕ ਮਾਰਗ, ਫਿਰ ਕਈ ਪੁਸਤਕਾਂ ਨੇ, ਮੈਨੂੰ ਹੁਣ ਉਹਨਾਂ ਦੇ ਨਾਮ ਵਿਸਰਦੇ ਆ। ਤੇ ਮੈਂ ਬਹੁਤ ਸਮਾਂ ਪਹਿਲਾਂ ਜਿੱਦਾਂ ਉਹਨਾਂ ਨੂੰ ਪੜ੍ਹਿਆ ਸੀਗਾ, ਤਕਰੀਬਨ ਅੱਜ ਤੋਂ ਕੋਈ 20-25 ਸਾਲ ਪਹਿਲਾਂ। ਉਹਨਾਂ ਨੇ ਆਪਣੇ ਜਿੱਦਾਂ ਜਿਹੜੇ ਤਜਰਬੇ ਆ ਉਹ ਨਾਮ ਅਭਿਆਸ ਦੇ ਉਹਨਾਂ ਨੇ ਲਿਖੇ ਹੈਗੇ ਆ। ਤੇ ਮੈਂ ਪਿੱਛੋਂ ਕੀ ਦੱਸਣਾ ਚਾਹੁੰਦਾ ਹਾਂ ਉਹ ਮੈਨੂੰ ਵਿਸਰ ਗਿਆ ਹੁਣ। ਤਾਂ ਮੈਂ ਸ਼ਾਇਦ ਕਿਹੜੀ ਗੱਲ ਸ਼ੁਰੂ ਕੀਤੀ ਸੀਗੀ, ਚਲੋ ਮੈਂ ਉਹ ਵਿਸ਼ੇਸ਼ ਕਰਕੇ ਤੁਹਾਨੂੰ ਦੱਸਣਾ ਸੀਗਾ ਉਹਦੇ ਸੰਬੰਧ 'ਚ। ਤੇ ਗੁਰਬਾਣੀ ਦੇ ਅਰਥਾਂ ਨੂੰ ਜਦੋਂ ਅਸੀਂ ਮੂਲ ਭਾਵ 'ਚ ਪਕੜਦੇ ਹਾਂ, ਹਾਂ ਮੈਨੂੰ ਚੇਤਾ ਆ ਗਿਆ, ਪ੍ਰਮਾਣ ਦੇਣ ਲੱਗਾ ਸੀ ਮੈਂ। ਗੁਰਬਾਣੀ ਦੇ ਸ਼ਬਦ ਆਪਸ ਵਿੱਚ ਵੀ ਟਕਰਾਉਂਦੇ ਪ੍ਰਤੀਤ ਹੁੰਦੇ ਆ ਜਦੋਂ ਸੋਝੀ ਨਾ ਹੋਵੇ, ਉਦੋਂ ਪ੍ਰਤੀਤ ਹੁੰਦੇ, ਜਦੋਂ ਸੋਝੀ ਹੋ ਜਾਏ ਫਿਰ ਨਹੀਂ। ਜਿਵੇਂ ਉਦਾਹਰਨ ਵਜੋਂ ਭਗਤ ਕਬੀਰ ਸਾਹਿਬ ਜੀ ਜਿਹੜੇ ਆ ਉਹ ਕਹਿ ਰਹੇ ਆ, ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਬੀਰ ਸਾਹਿਬ ਮੁੱਲਾ ਨਾ ਤੁਹਾਨੂੰ ਪਤਾ ਇਸਲਾਮ ਵਿੱਚ ਜਿਹੜਾ ਨਾ ਜਦੋਂ ਨਮਾਜ਼ ਦਾ ਵਕਤ ਹੁੰਦਾ ਤੇ ਉੱਚੀ ਚੜ ਕੇ ਬਾਂਗ ਦਿੰਦੇ ਆ। ਤੇ ਕਬੀਰ ਸਾਹਿਬ ਤੁਰੇ ਜਾ ਰਹੇ ਸੀ ਤੇ ਮੁੱਲਾ ਉੱਚੀ ਚੜ ਕੇ ਬਾਂਗ ਦੇ ਰਿਹਾ ਤੇ ਉਹਨੂੰ ਕਹਿੰਦੇ ਆ, ਮੁੱਲਾ ਮਨਾਰੇ ਕਿਆ ਚੜੇ, ਮੁੱਲਾ ਤੂੰ ਮਨਾਰੇ ਤੇ ਚੜਿਆ ਕੀ ਕਰਦਾ? ਕਹਿੰਦੇ ਨੇ, ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ। ਸਿੱਧੇ ਸ਼ਬਦ ਕਹਿੰਦੇ ਅੱਲਾ ਬੋਲਾ ਥੋੜੋ। ਤੇ ਜਾਂ ਕਾਰਨ ਤੂੰ ਬਾਂਗ ਦੇ, ਜਿਹਨੂੰ ਮਿਲਣ ਵਾਸਤੇ ਤੂੰ ਬਾਂਗ ਦੇ ਰਿਹਾ ਕਾਜੀ, ਦਿਲ ਹੀ ਭੀਤਰ ਜੋਏ, ਉਹਨੂੰ ਆਪਣੇ ਦਿਲ ਦੇ ਅੰਦਰ ਵੇਖਣਾ ਕਰ, ਉਹ ਤੇ ਤੇਰੇ ਦਿਲ ਦੇ ਵਿੱਚ ਬੈਠਾ। ਦੂਸਰੇ ਥਾਂ ਤੇ ਕਬੀਰ ਸਾਹਿਬ ਕਹਿੰਦੇ ਆ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਨੇ ਕਬੂ ਕੈ ਸੁਣੈ ਪੁਕਾਰ। ਵੀ ਰਾਤ ਦਿਨ ਜੇ ਉੱਚੀ ਉੱਚੀ ਬੋਲਾਂਗੇ ਤੇ ਫਿਰ ਕਦੇ ਤਾਂ ਸਾਡੀ ਪੁਕਾਰ ਸੁਣੂਗਾ ਨਾ।
ਹੁਣ ਇਹ ਵਿਰੋਧੀ ਭਾਵ ਹੋ ਗਿਆ ਨਾ। ਇੱਕ ਬੰਨੇ ਕਬੀਰ ਸਾਹਿਬ ਕਹਿੰਦੇ ਉੱਚੀ ਨਾ ਬੋਲ, ਕੀ ਕਰ ਰਿਹਾ, ਉੱਚੀ ਬੋਲ ਕੇ ਕੀ ਕਰੇਗਾ। ਇੱਕ ਬੰਨੇ ਕਬੀਰ ਸਾਹਿਬ ਕਹਿ ਰਹੇ ਵੀ ਉੱਚੀ ਬੋਲੋ, ਨਾ ਸੁੱਤੇ ਨਾ ਰਵੋ। ਜਿੱਥੇ ਪਖੰਡ ਭਾਵ ਹੈ ਉਹਨੂੰ ਕਹਿ ਰਹੇ ਆ ਕਿ ਉੱਚਾ ਨਾ ਬੋਲ, ਉੱਚਾ ਬੋਲਿਆ ਪਰਮੇਸ਼ਰ ਕੋਈ ਬੋਲਾ ਥੋੜੋ ਹੈ। ਤੇ ਜਿੱਥੇ ਪ੍ਰੇਮ ਭਾਵ ਹੈ, ਆਪਣੇ ਮਨ ਨੂੰ ਜਗਾਉਣਾ ਹੈ, ਉੱਥੇ ਕਹਿ ਰਹੇ ਆ ਕਬੀਰ ਕੇਸਵ ਕੇਸਵ ਕੂਕੀ ਹੈ, ਵਾਹਿਗੁਰੂ ਵਾਹਿਗੁਰੂ ਬੋਲੀਏ, ਨਾ ਸੋਈਏ ਆਸਾਰ। ਐਵੇਂ ਨਾ ਆਪਣਾ ਜਿਹੜਾ ਬਿਨਾਂ ਮਤਲਬ ਤੋਂ ਸੌਂ ਕੇ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਈਏ। ਤੇ ਕਿਉਂ ਕਬੀਰ ਸਾਹਿਬ ਕਹਿੰਦੇ ਰਾਤ ਦਿਵਸ ਕੈ ਕੂਕਨ, ਰਾਤ ਦਿਨ ਉੱਚੀ ਬੋਲਣ ਨਾਲ, ਪਰਮੇਸ਼ਰ ਦਾ ਰਾਮ ਦਾ ਨਾਮ ਜਪਣ ਨਾਲ ਕਬੂ ਕਾ ਸੁਣੈ ਪੁਕਾਰ, ਕਦੇ ਤਾਂ ਪੁਕਾਰ ਸੁਣੂਗਾ ਹੀ ਨਾ। ਫਿਰ ਦੂਸਰਾ ਪ੍ਰਮਾਣ ਮਹਾਰਾਜ ਕਹਿੰਦੇ ਆ ਇਹ ਜਗ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਫਿਰ ਮਹਾਰਾਜ ਇੱਕ ਬੰਨੇ ਕਹਿ ਰਹੇ ਆ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇੱਕ ਬੰਨੇ ਮਹਾਰਾਜ ਕਹਿੰਦੇ ਆ ਵੀ ਜੀਵਨ ਸੁਪਨੇ ਦੀ ਤਰ੍ਹਾਂ ਨਾਸ਼ਵੰਤ ਵਾ ਇਹ ਸੰਸਾਰ। ਤੇ ਇੱਕ ਬੰਨੇ ਮਹਾਰਾਜ ਕਹਿੰਦੇ ਆ ਇਹ ਜਗ ਸੱਚ, ਜਿਹੜਾ ਹੈ ਜਗਤ ਸੰਸਾਰ, ਇਹਦੇ ਅੰਦਰ ਜਿਹੜਾ ਹੈ ਇਹ ਸੱਚਾ ਭਾਸਦਾ ਹੈ। ਕਿਉਂ? ਜਿੱਥੇ ਮਹਾਰਾਜ ਨਿਰੰਕਾਰ ਦਾ ਵਾਸ ਵੇਖ ਰਹੇ ਆ, ਇਹੋ ਜਗ ਸੱਚੇ ਕੀ ਹੈ ਕੋਠੜੀ। ਕਿਉਂ? ਸੱਚੇ ਕਾ ਵਿਚਵਾਸ, ਵਿਚਵਾਸ ਵੇਖਦੇ ਆ ਤੇ ਕਹਿੰਦੇ ਆ ਉਹ ਰਹਿਣ ਵਾਲਾ ਸਦਾ ਹੈ। ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਭਿੰਨ ਕਰਦੇ ਆ ਪਰਮੇਸ਼ਰ ਤੋਂ, ਤੇ ਫਿਰ ਮਹਾਰਾਜ ਕਹਿੰਦੇ ਵੀ ਸੰਸਾਰ ਨਾਸ਼ਵੰਤ ਹੈ, ਸਮਾਪਤ ਹੋ ਜਾਣ ਵਾਲਾ ਹੈ। ਇਹ ਸੁਪਨੇ ਦੀ ਨਿਆਈ ਹੈ। ਤੋ ਗੁਰਬਾਣੀ ਦੇ ਪ੍ਰਕਰਣਾਂ ਨੂੰ ਬਹੁਤ ਜ਼ਰੂਰੀ ਸਮਝਣਾ। ਤੇ ਜੇ ਅਸੀਂ ਪ੍ਰਕਰਨ ਨੂੰ ਛੱਡ ਕੇ, ਉਥਾਨਕਾਂ ਨੂੰ ਛੱਡ ਕੇ ਗੁਰਬਾਣੀ ਦੇ ਅਰਥ ਕਰਨ ਲੱਗਾਂਗੇ ਤਾਂ ਉਹ ਬਿਲਕੁਲ ਹੀ ਲੀਹ ਤੋਂ ਗੱਡੀ ਉਤਰ ਜਾਏਗੀ। ਫਿਰ ਤੇ ਜਿਹੜੀ ਪ੍ਰਣਾਲੀ ਹੈ, ਜਿਵੇਂ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਨੇ ਉਸ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਪ੍ਰਚੰਡ ਕੀਤਾ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਮੇਂ ਦੇ ਹਿਸਾਬ ਨਾਲ ਗਾਇਬ ਹੋ ਜਾਂਦੀਆਂ, ਤੇ ਉਹ ਸਾਰੀਆਂ ਚੀਜ਼ਾਂ ਨੂੰ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਨੇ ਫਿਰ ਸਰਜੀਤ ਕੀਤਾ, ਬਹੁਤ ਭਾਰੀ ਪੱਧਰ ਤੇ ਪੰਥ ਵਿੱਚ ਪ੍ਰਚਾਰ ਕੀਤਾ। ਤੇ ਇਹ ਵਿਸ਼ੇਸ਼ ਕਰਕੇ ਉਹਨਾਂ ਦੀਆਂ ਜਿਹੜੀ ਉਹਨਾਂ ਨੇ ਕਥਾ ਕੀਤੀ ਹੈ ਨਾ, ਉਸ ਕਥਾ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਕਈਆਂ ਨੇ ਲਈਆਂ ਹੈਗੀਆਂ ਤੇ ਆਪਣਾ ਨਾਂ ਛਾਪ ਲਿਆ ਉਹਦੇ ਤੇ ਵੀ ਅਸੀਂ ਇਹ ਸਾਡੀਆਂ ਵਾ ਪਹਿਲੋਂ ਤੋਂ ਹੀ। ਤੇ ਪਰ ਉਹ ਝਲਕ ਪੈ ਜਾਂਦੀ ਉੱਥੇ, ਸਾਨੂੰ ਪਤਾ ਲੱਗ ਜਾਂਦਾ ਵੀ ਇਹ ਮਹਾਂਪੁਰਖਾਂ ਦੀ ਕੱਢੀ ਚੀਜ਼ ਹੈ। ਇਹਨਾਂ ਨੇ ਜਿਹੜਾ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਕਿੱਥੇ, ਕਿਹੜੇ ਦੇਸ਼ ਵਿੱਚ, ਕਿਹੜੇ ਸਿੱਖ ਦੇ ਪ੍ਰਥਾਏ ਮਹਾਰਾਜ ਨੇ ਉਚਾਰਿਆ, ਸਿੱਖ ਨੇ ਪ੍ਰਸ਼ਨ ਕੀ ਕੀਤਾ ਤੇ ਉੱਥੇ ਕੀ ਵਾਰਤਾਲਾਪ ਹੋ ਰਹੀ ਸੀ, ਇਹ ਵਿਸ਼ੇਸ਼ ਕਰਕੇ ਬਹੁਤ ਵਿਸਥਾਰ ਜਿਹੜਾ ਨਾ ਇਹ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਦੀ ਜਿਹੜੀ ਕਥਾ ਵਿੱਚ ਮਿਲ ਜਾਂਦਾ। ਤੇ ਜਦੋਂ ਆਪਾਂ ਗੁਰਬਾਣੀ ਦੇ ਅਰਥਾਂ ਨੂੰ ਪ੍ਰੇਮ ਨਾਲ ਪੜ੍ਹਦੇ ਹਾਂ, ਸੁਣਦੇ ਹਾਂ, ਤੇ ਕੇਵਲ ਸੁਣ ਕੇ ਜੇ ਵਿਸਾਰ ਛੱਡੀਏ, ਉਹਦਾ ਸਾਨੂੰ ਤਾਤਪਰਜ ਪਤਾ ਨਾ ਲੱਗੇ। ਇੱਕ ਹੁੰਦਾ ਕੇਵਲ ਇੰਜੋਏ ਵਾਸਤੇ, ਇੰਜੋਏ ਵੀ ਕਰਨਾ ਚਾਹੀਦਾ, ਪਰ ਜ਼ਿੰਮੇਵਾਰੀ ਨਾਲ। ਸਰੋਤੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ, ਸਰੋਤੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਉਹਨੇ ਸੁਣ ਕੇ ਸਾਰੀਆਂ ਚੀਜ਼ਾਂ ਨੂੰ, ਮੈਂ ਇਹੋ ਜਿਹੇ ਗੁਰਮੁਖ ਵੇਖੇ ਆ ਜਿਹੜੇ ਕਾਪੀ ਤੇ ਲਿਖ ਲੈਂਦੇ ਆ, ਤਾਂ ਹੀ ਲਿਖਦੇ ਆ ਕਿ ਸਾਨੂੰ ਚੀਜ਼ ਚੇਤੇ ਰਵੇ, ਫਿਰ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਢਾਲ ਸਕੀਏ ਇਹਨਾਂ ਚੀਜ਼ਾਂ ਨੂੰ। ਤੇ ਜਿਨ੍ਹਾਂ ਨੇ ਕੇਵਲ ਹਾਂ ਸਾਖੀ ਸੁਣਨੀ ਆ, ਉਹ ਬੱਲੇ ਬੱਲੇ ਬੜੀ ਸੋਹਣੀ ਬਾਬਾ ਜੀ ਕਥਾ ਕੀਤੀ ਜੀ, ਤੇ ਸਾਖੀ ਸੁਣ ਕੇ ਤੇ ਅਰਥਾਂ ਦਾ ਪਤਾ ਹੀ ਨਹੀਂ। ਤੇ ਅੱਜ ਕੱਲ ਬਹੁਤਾਤ ਇਸ ਤਰ੍ਹਾਂ ਵਾ ਵੀ ਸਾਖੀ ਸੁਣੀ ਉਹਦਾ ਪਤਾ ਵਾ ਤੇ ਅਰਥ ਕੀ ਉਹਦਾ ਪਤਾ ਹੀ ਨਹੀਂ। ਤੇ ਫਿਰ ਜਿਹੜਾ ਕਾਨ ਰਸ ਹੈ ਨਾ, ਕਾਨ ਰਸ ਦੇ ਨਾਲ ਕਥਾ ਦੀ ਮਜਬੂਰਨ ਵਿਦਵਾਨਾਂ ਨੇ ਵੀ ਜਿਹੜੀ ਹੈ ਨਾ ਕਥਾ ਦੀ ਰੂਪ ਰੇਖਾ ਵਿਗਾੜ ਲਈ ਹੈ, ਕਿਉਂਕਿ ਉਹਨਾਂ ਨੂੰ ਪਤਾ ਕਥਾ ਕਰਾਂਗੇ ਸੁਣਨੀ ਨਹੀਂ ਸਰੋਤੇ ਨੇ। ਕਈ ਬਹੁਤ ਉੱਚ ਕੋਟੀ ਦੇ ਵਿਦਵਾਨ ਆ ਜਿਹੜੇ ਕਥਾ ਨਹੀਂ ਕਰਦੇ ਹੈਗੇ, ਬਸ ਉਧਰ ਦਾ ਟੋਟਕਾ ਉਧਰ ਦਾ ਟੋਟਕਾ ਉੱਥੋਂ ਫੜਿਆ ਤੇ ਉੱਥੇ ਹਾਤਾ ਤੇ ਗੱਲਾਂ ਬਾਤਾਂ ਚੁਟਕਲੇ ਚਟਕਲੇ ਸੁਣਾ ਕੇ ਤੇ ਬਾਬਾ ਜੀ ਤੁਸੀਂ ਤਾਂ ਬੜੇ ਵਿਦਵਾਨ ਹੋ, ਬੜੀ ਸੋਹਣੀ ਕਥਾ ਕੀਤੀ। ਜਿਨ ਕਥਾ ਕਰਨੀ ਹੈ ਉਹਨੂੰ ਕਹਿਣਾ ਇਹਨੂੰ ਆਉਂਦਾ ਹੀ ਕੱਖ ਨਹੀਂ, ਇਹ ਤਾਂ ਐਵੇਂ ਬੋਰਿੰਗ ਜਿਹਾ, ਐਵੇਂ ਸਾਡਾ ਮਨ। ਕਿਉਂਕਿ ਅਧਿਕਾਰੀ ਹੁਣ ਕੌਣ ਹੋਵੇ, ਅਧਿਕਾਰੀ ਹੋਵੇ ਤੇ ਫਿਰ ਕਥਾ ਸੁਣੇ ਨਾ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰੋਂ ਅਸੀਸ ਦੇਣੀ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਪਿਆਰ ਬਣਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਮਹਾਰਾਜ।